ਆਨੰਦ ਮੂਲ ਧਿਆਇਓ ਪਰਕੋਤਮ ਆਨੰਦਨ ਆਨੰਦ ਆਨੰਦੇ। ਬਿਲਾਵਲ ਰਾਗ ਦੇ ਅੰਦਰ ਪਾਵਨ ਸ਼ਬਦ ਧੰਨ ਗੁਰੂ ਰਾਮਦਾਸ ਜੀ ਦਾ ਬਖਸ਼ਿਸ਼ ਕੀਤਾ ਹੋਇਆ। ਧੰਨ ਗੁਰੂ ਜੀ ਰਹਿਮਤ ਕਰਦੇ ਹਨ। ਆਨੰਦ ਮੂਲ ਦਾ ਅਰਥ ਹੁੰਦਾ ਹੈ ਮੁੱਢ, ਤੇ ਆਨੰਦ ਦਾ ਅਰਥ ਹੈ ਸਾਰੇ ਪ੍ਰਕਾਰ ਦੇ ਸੁਖ ਆਨੰਦ। ਧਿਆਇਓ ਪੁਰਖੋਤਮ, ਪੁਰਖ ਤੇ ਉਤਮ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਅਸੀਂ ਧਿਆਉਣਾ ਕੀਤਾ ਹੈ ਜੋ ਪੁਰਖੋਤਮ ਹੈ ਤੇ ਆਨੰਦ ਦਾ ਮੂਲ ਹੈ, ਮੁੱਢ ਰੂਪ ਆਨੰਦ ਹੈ। ਅਣਦਿਨ ਆਨੰਦ ਆਨੰਦੇ, ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਕਰਕੇ ਦਿਨ ਤੇ ਰਾਤ ਸਾਡੇ ਅੰਦਰ ਆਨੰਦ ਬਣਿਆ ਹੈ। ਆਨੰਦੇ ਤੇ ਅਸੀਂ ਆਨੰਦ ਦੇ ਵਿੱਚ ਰਹਿੰਦੇ ਹਾਂ। ਇਸ ਸੰਸਾਰ ਦੇ ਅੰਦਰ ਪ੍ਰਾਣੀ ਆਇਆ ਹੈ, ਜਨਮ ਤੋਂ ਲੈ ਕੇ ਮਰਨ ਤੱਕ ਉਸ ਵਾਹਿਗੁਰੂ ਦੁਆਰਾ ਦਿੱਤੀ ਗਈ ਸਵਾਸਾਂ ਦੀ ਪੂੰਜੀ ਨੂੰ ਭੋਗਦਾ ਹੋਇਆ, ਆਪਣੇ ਪਿਛਲੇ ਕਰਮਾਂ ਦਾ ਫਲ ਭੋਗਦਾ ਹੋਇਆ ਮਨੁੱਖ ਕੁਝ ਇਸ ਤਰ੍ਹਾਂ ਦੇ ਹੋਰ ਕਰਮ ਆਪਣੇ ਜੀਵਨ ਦੇ ਨਾਲ ਜੋੜ ਲੈਂਦਾ ਹੈ, ਜਿਸ ਕਰਕੇ ਉਸ ਦੀ ਮੁਕਤੀ ਵੀ ਹੋ ਸਕਦੀ ਹੈ ਤੇ ਉਸ ਨੂੰ ਅੱਗੇ ਜੂਨਾਂ ਵੀ ਮਿਲ ਸਕਦੀਆਂ ਨੇ। ਜੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਗਿਆ ਹੈ, ਨਾਮ ਦੀ ਕਮਾਈ ਕਰਨ ਲੱਗ ਗਏ, ਇਹ ਜੀਵਨ ਵੀ ਆਨੰਦ ਵਾਲਾ ਰਹੇਗਾ ਤੇ ਅੱਗਾ ਵੀ ਸਬਰ ਜਾਏਗਾ। ਜੇ ਨਾਮ ਦੇ ਨਾਲੋਂ ਟੁੱਟ ਗਿਆ ਹੈ, ਕਿਉਂਕਿ ਨਾਮ ਹੀ ਮੁੱਢ ਮੂਲ ਹੈ, ਨਾਮ ਹੀ ਆਨੰਦ ਸੁਖ ਦੇਣ ਵਾਲਾ ਹੈ, ਤੇ ਫਿਰ ਇਸ ਸੰਸਾਰ ਦੇ ਅੰਦਰ ਵੀ ਦੁਖੀ ਤੇ ਅੱਗੇ ਵੀ ਦੁਖੀ। ਤਾਂ ਤੇ ਧੰਨ ਗੁਰੂ ਰਾਮਦਾਸ ਜੀ ਪ੍ਰੇਰਨਾ ਦਿੰਦੇ ਨੇ ਕਿ ਇਹ ਗੁਰਮੁਖ ਪਿਆਰਿਆ, ਆਨੰਦ ਮੂਲ ਮੁੱਢ ਰੂਪ ਦੇ ਵਿੱਚ ਸੁਖ ਦੇਣ ਵਾਲਾ, ਆਨੰਦ ਦੇਣ ਵਾਲਾ ਧਿਆਇਓ ਪੁਰਖੋਤਮ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਕੀਤਾ ਹੈ। ਅਣ ਦਿਨ, ਦਿਨ ਤੇ ਰਾਤ ਆਨੰਦ ਆਨੰਦੇ, ਉਹ ਗੁਰਮੁਖ ਪਿਆਰੇ ਦਿਨ ਤੇ ਰਾਤ ਉਸ ਪ੍ਰਭੂ ਪਰਮਾਤਮਾ ਦੇ ਨਾਮ ਆਨੰਦ ਦੇ ਵਿੱਚ ਰਹਿੰਦੇ ਹਨ। ਧਰਮ ਰਾਏ ਕੀ ਕਾਨ ਚੁਕਾਈ ਸਭ ਚੁਕੇ ਜਮ ਕੇ ਸ਼ਬਦੇ। ਧਰਮ ਰਾਏ ਦਾ ਅਰਥ ਹੈ ਧਰਮ ਦਾ ਰਾਜਾ। ਇਹਨੂੰ ਧਰਮ ਦਾ ਰਾਜਾ ਤਾਂ ਆਖਿਆ ਜਾਂਦਾ ਹੈ, ਇਸ ਨੇ ਧਰਮ ਦੇ ਅਨੁਸਾਰ ਹੀ ਸਾਰਿਆਂ ਦੇ ਫੈਸਲੇ ਕਰਨੇ ਨੇ। ਧਰਮ ਦਾ ਅਰਥ ਮਰਿਆਦਾ ਵੀ ਹੁੰਦੀ ਹੈ, ਧਰਮ ਦਾ ਅਰਥ ਧਾਰਨ ਕਰਨਾ ਵੀ ਹੁੰਦਾ ਹੈ। ਇਸ ਨੇ ਉਸ ਪ੍ਰਭੂ ਦੁਆਰਾ ਬਣਾਈ ਗਈ ਮਰਿਆਦਾ, ਨਿਯਮ, ਅਸੂਲ ਦੇ ਅਨੁਸਾਰ ਹੀ ਸਾਰੇ ਫੈਸਲੇ ਕਰਨੇ ਹੁੰਦੇ ਹਨ। ਤਾਂ ਕਰਕੇ ਇਸ ਨੂੰ ਧਰਮ ਦਾ ਰਾਜਾ ਆਖਿਆ ਵੀ ਇਹ ਧਰਮ ਦਾ ਰਾਜਾ ਹੈ ਤੇ ਧਰਮ ਦੇ ਫੈਸਲੇ ਕਰਨ ਵਾਲਾ ਹੈ। ਧਰਮ ਰਾਏ ਕੀ ਕਾਣ ਚੁਕਾਣੀ, ਹੁਣ ਇਹਦੀ ਕਾਣ ਕੀ ਹੈ? ਇਹ ਜਦੋਂ ਧਰਮ ਦੇ ਉੱਤੇ ਆਪਣਾ ਫੈਸਲਾ ਕਰਦਾ ਹੈ ਤੇ ਫਿਰ ਸਾਡਾ ਨਿੱਕੇ ਤੋਂ ਨਿੱਕਾ ਜਿਹੜਾ ਲਿਖ ਹੈ ਨਾ, ਉਹ ਵੀ ਇਹ ਸਾਡੇ ਤੋਂ ਮੰਗਦਾ ਹੈ, ਸਾਡੇ ਤੋਂ ਲੈਣਾ ਕਰਦਾ ਹੈ। ਧਰਮ ਰਾਏ ਕੀ ਕਾਣ ਚੁਕਾਣੀ, ਧਰਮਰਾਜ ਦੀ ਜਿਹੜੀ ਕਨੌੜ ਹੈ ਇਹ ਤਾਂ ਹੀ ਦੂਰ ਹੋਏਗੀ ਜੇ ਪ੍ਰਭੂ ਪਰਮਾਤਮਾ ਸਾਡੇ ਸਾਰੇ ਲੇਖੇ ਨੂੰ ਬਖਸ਼ ਦੇਵੇਗਾ। ਜੇ ਲੇਖਾ ਨਹੀਂ ਬਖਸ਼ਿਆ ਗਿਆ ਤੇ ਫਿਰ ਧਰਮਰਾਜ ਦਾ ਜਿਹੜਾ ਕਰਮ ਹੈ, ਇਸ ਨੇ ਸਾਡੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਸਾਨੂੰ ਸੁੱਖ ਤੇ ਦੁੱਖ ਦੇਣਾ ਹੈ। ਧਰਮ ਰਾਏ ਕੀ ਕਾਣ ਚੁਕਾਣੀ ਸਭ ਚੁੱਕੇ ਜਮ ਕੇ ਛੰਦੇ। ਛੰਦੇ ਦਾ ਅਰਥ ਇੱਥੇ ਦੁੱਖ ਹੈ। ਜਿਹੜੇ ਜਮ ਨੇ ਉਹਨਾਂ ਦੇ ਦੁਆਰਾ ਦਿੱਤੇ ਜਾਣ ਵਾਲੇ ਦੁੱਖ ਨੇ ਨਾ ਜਿਹੜੇ, ਇਹ ਵੀ ਫਿਰ ਦੂਰ ਹੋ ਜਾਂਦੇ ਨੇ। ਧੰਨ ਗੁਰੂ ਜੀ ਨੇ ਪਹਿਲੀ ਪੌੜੀ ਦੇ ਅੰਦਰ ਦੋ ਤੁਕਾਂ ਦੀ ਪਹਿਲੀ ਪੌੜੀ ਹੈ ਤੇ ਇਸ ਦੇ ਅੰਦਰ ਸਾਨੂੰ ਇਹ ਦੱਸਿਆ ਆਨੰਦ ਮੂਲ, ਮੁੱਢ ਮੂਲ ਆਨੰਦ ਉਸ ਪ੍ਰਭੂ ਪਰਮਾਤਮਾ ਦਾ ਨਾਮ ਹੈ। ਧਿਆਇਓ, ਉਸ ਨੂੰ ਧਿਆਉਣਾ ਕੀਤਾ ਹੈ। ਪੁਰਖੋਤਮ ਜੋ ਪ੍ਰਭੂ ਪਰਮਾਤਮਾ ਹੈ,
ਪੁਰਖ ਤਪ ਵਾਲਾ ਸਭ ਤੋਂ ਉੱਤਮ ਹੈ। ਅਨ ਦਿਨ ਆਨੰਦ ਦੇ ਹੋਣ ਦਿਨ ਤੇ ਰਾਤ ਅਸੀਂ ਆਨੰਦ ਦੇ ਵਿੱਚ ਜਿਉਣਾ ਕਰਦੇ ਹਾਂ, ਕਿਉਂਕਿ ਧਰਮ ਰਾਏ ਕੀ ਕਾਣ ਚਕਾਣੀ, ਪਹਿਲੂ ਚਿੰਤਾ ਸੀ, ਫਿਕਰ ਸੀ, ਲੇਖਾ ਜੋਖਾ ਦੇਣ ਦਾ। ਹੁਣ ਕਿਸੇ ਪ੍ਰਕਾਰ ਦਾ ਕੋਈ ਲੇਖਾ ਜੋਖਾ ਨਹੀਂ ਦੇਣਾ। ਜਮ ਕੇ ਛੰਦੇ ਸਭ ਚੁੱਕੇ, ਤੇ ਜਮਾਂ ਦੇ ਜਿਹੜੇ ਦੁੱਖ ਸਨ ਉਹ ਵੀ ਸਾਰੇ ਦੂਰ ਹੋ ਗਏ ਨੇ। ਇਹਨੂੰ ਇਸ ਤਰ੍ਹਾਂ ਸਮਝ ਲਓ ਜਿਵੇਂ ਕਿਸੇ ਮਨੁੱਖ ਦੇ ਸਿਰ ਦੇ ਉੱਤੇ ਬੜਾ ਕਰਜ਼ਾ ਹੈ। ਜਿਸ ਦਿਨ ਉਹ ਕਰਜ਼ਾ ਦੂਰ ਹੋ ਜਾਵੇਗਾ, ਉਸ ਦਾ ਕਰਜ਼ਾ ਉਤਰ ਜਾਵੇਗਾ, ਤੇ ਫਿਰ ਉਹ ਸੁੱਖ ਦਾ ਸਾਹ ਲਵੇਗਾ, ਉਹਨੂੰ ਸੁੱਖ ਦੀ ਨੀਂਦ ਆਏਗੀ, ਉਹ ਸੁੱਖ ਦੇ ਨਾਲ ਜਿਉਣਾ ਕਰੇਗਾ। ਇਸੇ ਤਰ੍ਹਾਂ ਸਾਡੇ ਦੁਆਰਾ ਕੀਤੇ ਹੋਏ ਕਰਮਾਂ ਦਾ ਜਿਹੜਾ ਕਰਜ਼ਾ ਹੈ ਉਹ ਸਾਡੇ ਸਿਰ ਤੇ ਹੈ। ਤੇ ਜਦੋਂ ਅਸੀਂ ਸੱਚੇ ਸਤਿਗੁਰ ਦੇ ਨਾਮ ਦੇ ਨਾਲ ਜੁੜ ਜਾਂਦੇ ਹਾਂ, ਨਾਮ ਜਪਦੇ ਹਾਂ, ਨਾਮ ਧਿਆਉਂਦੇ ਹਾਂ, ਫਿਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਸਾਡਾ ਲੇਖਾ ਜਿਹੜਾ ਇਹ ਬਖਸ਼ ਲੈਂਦੇ ਨੇ। ਜਿਵੇਂ ਧੰਨ ਗੁਰਬਾਣੀ ਦੇ ਅੰਦਰ ਫਰਮਾਨ ਆਉਂਦਾ ਹੈ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ, ਜਾ ਤੇਰਾ ਬੰਦਾ, ਲਖਮੀ ਟੋਟ ਨਾ ਆਵਈ ਖੈ ਖਰਚ ਰਹੰਦਾ, ਲੱਖ 84 ਮੇਦਨੀ ਸਭ ਸੇਵ ਕਰੰਦਾ, ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ। ਜਦੋਂ ਹਰੀ ਪਰਮਾਤਮਾ ਨੇ ਸਾਨੂੰ ਬਖਸ਼ ਲਿਆ ਨਾ, ਤੇ ਫਿਰ ਜਿਹੜੇ ਲੇਖੇ ਦੇ ਵਿੱਚ ਸਾਨੂੰ ਸੁੱਖ ਤੇ ਦੁੱਖ ਬਣਦੇ ਨੇ ਉਹ ਨਹੀਂ ਭੋਗਣੇ ਪੈਣਗੇ। ਲੇਖਾ ਕੋਈ ਨਾ ਪੁੱਛਈ, ਫਿਰ ਲੇਖਾ ਜਿਹੜਾ ਇਹ ਸਾਡੇ ਤੋਂ ਕੋਈ ਨਹੀਂ ਪੁੱਛਦਾ, ਹਰ ਬਖਸ਼ੰਦਾ। ਜਦੋਂ ਪ੍ਰਭੂ ਪਰਮਾਤਮਾ ਨੇ ਸਾਨੂੰ ਬਖਸ਼ ਲਿਆ, ਤੇ ਪ੍ਰਭੂ ਪਰਮਾਤਮਾ ਬਖਸ਼ਦਾ ਜਦੋਂ ਉਸ ਦੇ ਨਾਮ ਦੇ ਨਾਲ ਅਸੀਂ ਜੁੜਦੇ ਹਾਂ, ਉਸ ਦੇ ਸਿਮਰਨ ਦੇ ਨਾਲ ਜੁੜਦੇ ਹਾਂ, ਫਿਰ ਉਹ ਸਾਡੇ ਤੇ ਰਹਿਮਤ ਕਿਰਪਾ ਕਰਦਾ, ਸਾਨੂੰ ਬਖਸ਼ ਲੈਂਦਾ ਹੈ ਜੀ। ਜਪ ਮਨ ਹਰ ਹਰ ਨਾਮ ਗੋਬਿੰਦੇ। ਇਸ ਲਈ ਰਾਓ ਵਾਲੀਆਂ ਤੁਕਾਂ ਦੇ ਅੰਦਰ ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਜਪ ਮਨ ਹੇ ਮੇਰਿਆ ਮਨਾ। ਧੰਨ ਗੁਰਬਾਣੀ ਦੇ ਅੰਦਰ ਧੰਨ ਗੁਰੂ ਜੀ ਨੇ ਜਿਤਨੀ ਵੀ ਪ੍ਰੇਰਨਾ ਦਿੱਤੀ ਹੈ, ਤਕਰੀਬਨ ਆਪਣੇ ਮਨ ਨੂੰ ਸੁਬੋਧਿਤ ਕਰਕੇ ਦਿੱਤੀ ਹੈ। ਕਿਸੇ ਦੇ ਵੱਲ ਉਂਗਲ ਨਹੀਂ ਕੀਤੀ। ਜੇ ਕਿਸੇ ਨੂੰ ਸਮਝਾਉਣਾ ਕੀਤਾ ਤੇ ਉਹਨੂੰ ਸੰਤ ਭਗਤ ਆਖ ਕੇ ਫਿਰ ਗੁਰੂ ਜੀ ਨੇ ਸਮਝਾਇਆ। ਇਹ ਗੁਰਬਾਣੀ ਦੀ ਵੱਡੀ ਵਡਿਆਈ ਹੈ। ਸੱਚੇ ਸਤਿਗੁਰ ਦੀ ਬਾਣੀ ਦੀ ਸਭ ਤੋਂ ਉੱਤਮ ਸੋਭਾ, ਸਭ ਤੋਂ ਵੱਡੀ ਵਡਿਆਈ ਇਹ ਹੈ ਕਿ ਗੁਰੂ ਜੀ ਨੇ ਜੇ ਕੋਈ ਗੱਲ ਸਾਨੂੰ ਦੱਸੀ ਹੈ, ਜਪ ਮਨ, ਆਪਣੇ ਮਨ ਨੂੰ ਹੀ ਪ੍ਰੇਰਨਾ ਦਿੱਤੀ ਹੈ, ਆਪਣੇ ਮਨ ਨੂੰ ਹੀ ਸੁਬੋਧਿਤ ਕੀਤਾ ਹੈ। ਤੇ ਜੇ ਕਿਤੇ ਸਾਡੇ ਵੱਲ ਇਸ਼ਾਰਾ ਕੀਤਾ ਤੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਫਿਰ ਸਾਨੂੰ ਸੰਤ ਭਗਤ ਜਾਂ ਭਾਈ ਆਖ ਕੇ ਸਤਿਕਾਰ ਕੇ ਫਿਰ ਹੀ ਪ੍ਰੇਰਨਾ ਦਿੱਤੀ ਹੈ। ਬੜੇ ਪਿਆਰ ਦੇ ਨਾਲ ਸਮਝਾਉਣਾ ਕੀਤਾ ਹੈ। ਜਪ ਮਨ ਹੇ ਮੇਰਿਆ ਮਨਾ, ਜਪਣਾ ਕਰ ਹਰ ਹਰ ਵਾਹਿਗੁਰੂ ਵਾਹਿਗੁਰੂ ਨਾਮ। ਉਸ ਪ੍ਰਭੂ ਪਰਮਾਤਮਾ ਦਾ ਨਾਮ ਹੈ ਵਾਹਿਗੁਰੂ। ਇਸ ਨੂੰ ਹੇ ਮੇਰੇ ਮਨਾ ਤੂੰ ਜਪਣਾ ਕਰ ਗੋਬਿੰਦੇ, ਜੋ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ ਜੀ। ਬੜ ਭਾਗੀ ਗੁਰ ਸਤਿਗੁਰ ਪਾਇਆ, ਗੁਣ ਗਾਏ ਪਰਮਾਨੰਦੇ। ਵੱਡ ਭਾਗੀ ਦਾ ਅਰਥ ਹੈ ਵੱਡੇ ਭਾਗਾਂ ਵਾਲੇ। ਗੁਰ ਸਤਿਗੁਰ ਪਾਇਆ, ਜਿਹੜੀ ਸੱਚੇ ਸਤਿਗੁਰ ਦੀ ਪ੍ਰਾਪਤੀ ਹੈ ਇਹ ਵੱਡੇ ਭਾਗਾਂ ਤੋਂ ਬਿਨਾਂ ਨਹੀਂ ਹੁੰਦੀ। ਗੁਣ ਗਾਏ ਪਰਮਾਨੰਦੇ, ਤੇ ਜਦੋਂ ਤੱਕ ਸੱਚੇ ਸਤਿਗੁਰ ਦੀ ਪ੍ਰਾਪਤੀ ਨਹੀਂ ਹੁੰਦੀ ਉਦੋਂ ਤੱਕ ਉਸ ਪ੍ਰਭੂ ਪਰਮਾਤਮਾ ਦੇ ਗੁਣ ਨੇ ਜਿਹੜੇ ਇਹ ਵੀ ਨਹੀਂ ਗਾਏ ਜਾ ਸਕਦੇ। ਗੁਰਸਿੱਖ ਇਤਿਹਾਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਆਉਂਦਾ, ਜਿਹਨੂੰ ਸਿੱਖ ਕੌਮ ਦਾ ਪਹਿਲਾ ਰਾਜਾ ਵੀ ਮੰਨਿਆ ਹੈ। ਇਹਨਾਂ ਨੇ ਧੰਨ ਗੁਰੂ 10ਵੇਂ ਪਾਤਸ਼ਾਹ ਦੀ ਪ੍ਰਾਪਤੀ ਤੋਂ ਪਹਿਲਾਂ ਗੁਰੂ ਤਾਂ ਧਾਰਨ ਕੀਤਾ ਸੀ, ਗੁਰੂ ਵਾਲੇ ਤਾਂ ਹੈ ਸਨ, ਪਰ ਇਸ ਤਰ੍ਹਾਂ ਦਾ ਯੋਗ ਗੁਰੂ ਨਹੀਂ ਸੀ ਮਿਲਿਆ ਜਿਸ ਕਰਕੇ ਇਹਨਾਂ ਦਾ ਜੀਵਨ ਜਿਹੜਾ ਉਹ ਸਫਲ ਹੋ ਸਕੇ। ਸਮਾਂ ਇਹਨਾਂ ਨੂੰ ਇਸ ਤਰ੍ਹਾਂ ਦੇ ਗੁਰੂ ਦੀ ਪ੍ਰਾਪਤੀ ਹੋਈ ਤੇ ਉਸ ਗੁਰੂ ਤੋਂ ਇਹਨਾਂ ਨੇ ਜੋ ਕੁਝ ਵੀ ਸਿੱਖਿਆ ਉਸ ਦੇ ਨਾਲ ਆਪ ਵੀ ਗਲਤ ਕੰਮ ਹੀ ਕਰਨ ਲੱਗ ਗਏ। ਕਿਸੇ ਸਾਧੂ ਸੰਤ ਦਾ, ਕਿਸੇ ਆਮ ਮਨੁੱਖ ਦਾ ਜਿਹੜਾ ਅਨਾਦਰ ਕਰਨਾ ਹੈ ਇਹ ਯੋਗ ਨਹੀਂ। ਤੇ ਬਾਬਾ ਬੰਦਾ ਸਿੰਘ ਬਹਾਦਰ ਕੀ ਕਰਦੇ ਸਨ, ਇਹਨਾਂ ਨੇ ਇੱਕ ਬੜਾ ਸੋਹਣਾ ਪਲੰਘ ਸਜਾਇਆ ਹੋਇਆ ਸੀ। ਆਪਣੇ ਆਪ ਨੂੰ ਉਸ ਸਾਧੂ ਤੋਂ ਵੱਡਾ ਦੱਸਣ ਦੇ ਲਈ ਵੀ ਮੈਂ ਤੇਰੇ ਤੋਂ ਤਗੜਾ, ਮੇਰੇ ਕੋਲ ਤੇਰੇ ਨਾਲੋਂ ਜ਼ਿਆਦਾ ਸ਼ਕਤੀ, ਉਸ ਪਲੰਘ ਉੱਤੇ ਬਿਠਾ ਦਿਆ ਕਰਦੇ। ਤੇ ਫਿਰ ਆਪਣੀ ਇਸ ਤਰ੍ਹਾਂ ਦੀ ਬੀਰਾਂ ਦੀ ਸ਼ਕਤੀ ਤਾਕਤ ਦੇ ਨਾਲ ਉਸ ਪਲੰਘ ਨੂੰ ਮੁੱਧਾ ਮਰਵਾ ਦਿੰਦੇ ਸਨ, ਉਸ ਦਾ ਬੜਾ ਨਿਰਾਦਰ ਕਰਦੇ ਸਨ।
ਬੜਾ ਉਸ ਦਾ ਅਪਮਾਨ ਕਰਦੇ ਸਨ। ਇਹ ਸਾਰੀ ਘਾਟ ਹੈ ਜਿਹੜੀ ਇਹ ਗੁਰੂ ਦੀ ਪ੍ਰਾਪਤੀ ਨਾ ਹੋਣ ਕਰਕੇ, ਸੱਚੇ ਗੁਰੂ ਦੀ ਪ੍ਰਾਪਤੀ ਨਾ ਹੋਣ ਕਰਕੇ ਸੀ। ਸੋ ਸੱਚੇ ਸਤਿਗੁਰ ਨੇ ਗੁਰਬਾਣੀ ਦੇ ਅੰਦਰ ਜਿੱਥੇ ਵੀ ਸਾਨੂੰ ਗੁਰੂ ਦੇ ਨਾਲ ਜੁੜਨ ਦੇ ਲਈ ਕਿਹਾ ਹੈ, ਉੱਥੇ ਨਾਲ ਇਹ ਆਖਿਆ ਗੁਰ ਸਤਿਗੁਰ, ਸੱਚ ਸਰੂਪ। ਸਤਿਗੁਰ ਦਾ ਅਰਥ ਹੁੰਦਾ ਸੱਚ ਸਰੂਪ। ਵਡਭਾਗੀ ਗੁਰ ਸਤਿਗੁਰ ਪਾਇਆ, ਵੱਡੇ ਭਾਗਾਂ ਵਾਲਿਆਂ ਨੇ ਗੁਰੂ ਤਾਂ ਪ੍ਰਾਪਤ ਕਰ ਲਿਆ। ਸਤਿਗੁਰ ਤੇ ਸੱਚ ਸਰੂਪ ਗੁਰੂ ਦੀ ਪ੍ਰਾਪਤੀ ਕੀਤੀ ਹੈ। ਭਾਵ ਉਹ ਗੁਰੂ ਜਿਹੜਾ ਨਿਰੰਕਾਰ ਦਾ ਰੂਪ ਹੋ ਗਿਆ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਆਪ ਕਲਾ ਧਾਰ ਨਾਰਾਇਣ, ਉਹ ਆਪ ਅਕਾਲ ਪੁਰਖ ਵਾਹਿਗੁਰੂ ਸਰਗੁਣ ਸਰੂਪ ਹੋ ਕੇ ਤੇ ਇਸ ਧਰਤੀ ਤੇ ਆਏ ਸਨ। ਵਡਭਾਗੀ ਗੁਰ ਸਤਿਗੁਰ ਪਾਇਆ। ਇਸ ਤਰ੍ਹਾਂ ਜਿਹੜੇ ਵੱਡੇ ਭਾਗਾਂ ਵਾਲੇ ਨੇ ਨਾ, ਪਰਮਾਤਮਾ ਦੇ ਨਾਲ, ਵਾਹਿਗੁਰੂ ਦੇ ਨਾਲ ਜੋੜਨ ਵਾਲਾ ਗੁਰੂ ਹੈ ਜਿਹੜਾ, ਉਹਨਾਂ ਨੂੰ ਮਿਲਦਾ ਹੈ। ਗੁਣ ਗਾਏ ਪਰਮਾਨੰਦੇ। ਜਦੋਂ ਪਰਮਾਤਮਾ ਦੇ ਨਾਲ ਜੋੜਨ ਵਾਲਾ ਗੁਰੂ ਮਿਲ ਜਾਏ ਤੇ ਫਿਰ ਉਸ ਪਰਮਾਤਮਾ ਦੇ ਗੁਣ ਨੇ ਨਾ ਜਿਹੜੇ, ਉਹ ਹੀ ਗਾਇਨ ਕੀਤੇ ਜਾਂਦੇ ਨੇ। ਆਪਾਂ ਹਰ ਰੋਜ਼ ਆਸਾ ਜੀ ਦੀ ਵਾਰ ਦਾ ਦੀਵਾਨ ਕੀਰਤਨ ਸਰਵਣ ਕਰਦੇ ਹਾਂ। ਉਹਦੇ ਅੰਦਰ ਇੱਕ ਤੁਕ ਆਉਂਦੀ ਹੈ ਜੋ ਆਪ ਜੀ ਸਰਵਣ ਕਰਦੇ ਹੋਵੋਗੇ। ਇਹ ਕਨੇਹੀ ਦਾਤ ਜੋ ਆਪਸ ਤੇ ਪਾਈਏ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਹ ਕਾਹਦੀ ਦਾਤ ਹੈ ਜਿਹੜੀ ਅਸੀਂ ਆਪਣੇ ਆਪ ਤੋਂ ਪਾਉਂਦੇ ਹਾਂ। ਭਾਵ ਬੰਦਗੀ ਕਰ ਲਈ ਤੇ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਕਰ ਲਈ। ਰਿਧੀਆਂ ਸਿੱਧੀਆਂ ਜਿਹੜੀਆਂ ਨੇ ਉਹ ਅਸੀਂ ਖੇਚਲਾ ਕਰਕੇ ਪ੍ਰਾਪਤ ਕਰ ਲਈਆਂ। ਉਹਨਾਂ ਰਿਧੀਆਂ ਸਿੱਧੀਆਂ ਨੂੰ ਫਿਰ ਲੋਕਾਂ ਦੇ ਵਿੱਚ ਵਿਖਾਉਣਾ ਸ਼ੁਰੂ ਕਰ ਦਿੱਤਾ। ਉਹ ਰਿਧੀਆਂ ਸਿੱਧੀਆਂ ਨੂੰ ਵੇਖ ਕੇ ਲੋਕੀ ਫਿਰ ਸਾਡੇ ਤੋਂ ਪ੍ਰਭਾਵਿਤ ਹੋ ਗਏ ਤੇ ਸਾਡੇ ਨਾਲ ਆਣ ਕੇ ਜੁੜ ਗਏ ਤੇ ਲੇਖਾ ਜਿਹੜਾ ਇਹ ਉੱਥੇ ਦਾ ਉੱਥੇ ਹੀ ਖੜਾ ਰਹਿ ਗਿਆ। ਇਸ ਤਰ੍ਹਾਂ ਦਾ ਮਨੁੱਖ ਜਿਹੜਾ ਹੁੰਦਾ ਹੈ ਉਹ ਆਮ ਮਨੁੱਖ ਦੇ ਨਾਲੋਂ ਜ਼ਿਆਦਾ ਚੰਗਾ ਨਹੀਂ ਹੁੰਦਾ। ਬਸ ਇਸ ਤਰ੍ਹਾਂ ਸਮਝ ਲਓ ਵੀ ਇੱਕ ਨੇ ਦੁਨੀਆ ਦੇ ਅੰਦਰ ਹੋਰ ਕਿਸੇ ਤਰੀਕੇ ਦੇ ਨਾਲ ਕਮਾਈ ਕਰ ਲਈਏ ਤੇ ਇਸ ਨੇ ਫਿਰ ਰਿਧੀਆਂ ਸਿੱਧੀਆਂ ਦੇ ਤਰੀਕੇ ਨਾਲ ਕਮਾਈ ਕਰ ਲਈਏ। ਫਰਕ ਦੋਵਾਂ ਦੇ ਵਿੱਚ ਕੋਈ ਨਹੀਂ, ਲੇਖਾ ਦੋਵਾਂ ਨੂੰ ਪਏਗਾ। ਤੇ ਫਿਰ ਗੁਰੂ ਜੀ ਇੱਥੇ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ? ਗੁਰੂ ਜੀ ਇੱਥੇ ਸਾਨੂੰ ਇਹ ਸਮਝਾਉਂਦੇ ਨੇ ਅਸੀਂ ਉਸ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਕਰੀਏ, ਵਾਹਿਗੁਰੂ ਦਾ ਨਾਮ ਜਪੀਏ, ਉਹਦਾ ਸਿਮਰਨ ਕਰੀਏ ਤੇ ਉਸ ਤੋਂ ਸਾਨੂੰ ਜਿਹੜੀ ਦਾਤ ਪ੍ਰਾਪਤ ਹੋਵੇ ਨਾ, ਉਹਦੇ ਵਿੱਚ ਫਿਰ ਲੇਖਾ ਨਹੀਂ ਦੇਣਾ ਪੈਂਦਾ। ਇਹਨੂੰ ਤੁਸੀਂ ਇੱਕ ਨੁਕਤੇ ਦੇ ਨਾਲ ਵੀ ਸਮਝ ਸਕਦੇ। ਜਿਵੇਂ ਅਸੀਂ ਵੇਖਦੇ ਹਾਂ ਬਾਜ਼ਾਰ ਦੇ ਵਿੱਚ ਕਈ ਨਾ ਇਸ ਤਰ੍ਹਾਂ ਦੇ ਗਿਫਟ ਹੁੰਦੇ ਨੇ ਜੋ ਕਿਸੇ ਨੂੰ ਜਿੱਤਣ ਤੋਂ ਉਪਰੰਤ ਦਿੱਤਾ ਜਾਂਦਾ ਹੈ ਇਨਾਮ ਦੇ ਰੂਪ ਦੇ ਵਿੱਚ। ਅਸੀਂ ਉਸ ਨੂੰ ਮੁੱਲ ਖਰੀਦ ਲਿਆਂਦਾ ਹੈ ਆਪ ਦੇ ਪੈਸਿਆਂ ਦੇ ਨਾਲ। ਆਪ ਦੇ ਪੈਸਿਆਂ ਦੇ ਨਾਲ ਖਰੀਦ ਕੇ ਲਿਆ ਕੇ ਸ਼ੋਪੀਸ ਦੇ ਵਿੱਚ ਰੱਖ ਲਏ। ਇਹ ਜਿਹੜਾ ਆਪ ਦੇ ਪੈਸਿਆਂ ਦੇ ਨਾਲ ਖਰੀਦਿਆ ਸ਼ੋਪੀਸ ਦੇ ਵਿੱਚ ਰੱਖਿਆ, ਇਸ ਦੇ ਵਿੱਚ ਉਹ ਸਤਿਕਾਰ ਨਹੀਂ ਬਣਿਆ ਜਿਹੜਾ ਅਸੀਂ ਕਿਤੋਂ ਜਿੱਤ ਕੇ ਤੇ ਪ੍ਰਾਪਤ ਕਰਨਾ ਸੀ। ਉਸੇ ਤਰ੍ਹਾਂ ਅਸੀਂ ਜਦੋਂ ਰਿਧੀਆਂ ਸਿੱਧੀਆਂ ਦੀ ਚਾਹਨਾ ਦੇ ਨਾਲ ਇਸ ਮਾਰਗ 'ਤੇ ਤੁਰੇ ਹਾਂ, ਫਿਰ ਸਾਨੂੰ ਰਿਧੀਆਂ ਸਿੱਧੀਆਂ ਦੀ ਤਾਂ ਪ੍ਰਾਪਤੀ ਹੋ ਗਈ, ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਪਿਆਰ ਇਹਨਾਂ ਉਹ ਪ੍ਰਾਪਤ ਨਹੀਂ ਹੋਇਆ। ਆਪਸ ਤੇ ਜੋ ਪਾਈਏ ਇਹ ਕਨੇਹੀ ਦਾਤ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਫਿਰ ਇਹ ਕਿਹੜਾ ਕਿੰਨੀ ਕੁ ਵੱਡੀ ਤੂੰ ਦਾਤ ਪ੍ਰਾਪਤ ਕਰ ਲਈ ਜਿਹੜੀ ਆਪਣੇ ਆਪ ਤੋਂ ਆਪ ਹੀ ਪਾਈਏ। ਸਵਾਦ ਤੇ ਤਾਂ ਸੀ ਜੇ ਤੂੰ ਉਸ ਪ੍ਰਭੂ ਪਰਮਾਤਮਾ ਨੂੰ ਪਿਆਰ ਕਰਦਾ, ਉਸ ਦੀ ਬੰਦਗੀ ਸਿਮਰਨ ਕਰਦਾ, ਉਸ ਦੇ ਭਾਣੇ ਦੇ ਵਿੱਚ, ਉਸ ਦੇ ਹੁਕਮ ਦੇ ਵਿੱਚ ਰਹਿੰਦਾ ਤੇ ਉਹ ਤੈਨੂੰ ਫਿਰ ਸਤਿਕਾਰਦਾ। ਮੇਰੀ ਗੱਲ ਪਕੜ ਦੇ ਵਿੱਚ ਆ ਗਈ ਹੋਣੀ ਹੈ। ਬੱਚਾ ਏ ਚੰਗੀ ਮਿਹਨਤ ਕਰੇ, ਚੰਗੀ ਕਮਾਈ ਕਰੇ ਤੇ ਸਕੂਲ ਦੇ ਵਿੱਚ ਫਿਰ ਸਟੇਜ 'ਤੇ ਉਹਨੂੰ ਖੜਾ ਕਰਕੇ ਕੋਈ ਇਨਾਮ ਦਿੱਤਾ ਜਾਵੇ ਤੇ ਇਹ ਤਾਂ ਹੈਗੀ ਹੈ ਵੱਡੋਂ। ਤੇ ਜੇ ਉਹ ਆਪ ਹੀ ਦੁਕਾਨ ਤੋਂ ਖਰੀਦ ਕੇ ਲਿਆ ਕੇ ਘਰੇ ਰੱਖ ਲੈਂਦਾ ਤੇ ਫਿਰ ਇਹ ਕਾਦੀ ਵੱਡੋਂ ਹੈਗਾ, ਅਨਪੜ੍ਹ ਆਉਂਦਾ ਜਾਂਦਾ ਕੁਝ ਨਹੀਂ ਤੇ ਲਿਆ ਕੇ ਖਰੀਦ ਕੇ ਸ਼ੋਪੀਸ ਦੇ ਵਿੱਚ ਰੱਖ ਲਿਆ ਤੇ ਇਹ ਕੋਈ ਵੱਡੋਂ ਨਹੀਂ, ਵਡਿਆਈ ਨਹੀਂ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ। ਸੋ ਗੁਰੂ ਜੀ ਨੇ ਸਾਨੂੰ ਇਹ ਦੱਸਿਆ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਦਾਤਾਂ ਨੇ ਜਿਨ੍ਹਾਂ ਨੂੰ ਹੱਠ ਕਰਕੇ ਪ੍ਰਾਪਤ ਕਰਨਾ ਹੈ, ਇਹ ਕੋਈ ਦਾਤ ਥੋੜ੍ਹੀ ਏ। ਦਾਤ ਤਾਂ ਉਹ ਹੈ ਨਾ ਅਸੀਂ ਪ੍ਰਭੂ ਦੇ ਹੁਕਮ ਦੇ ਵਿੱਚ ਭਾਣੇ ਦੇ ਵਿੱਚ ਰਹੀਏ ਤੇ ਸੱਚੇ ਸਤਿਗੁਰ ਕਿਰਪਾ ਕਰਨ ਸਾਡੇ ਤੇ, ਪ੍ਰਸੰਨ ਖੁਸ਼ ਹੋ ਕੇ ਸਾਨੂੰ ਗਿਫਟ ਦੇ ਤੌਰ ਤੇ, ਸਤਿਕਾਰ ਦੇ ਤੌਰ ਤੇ ਨਵਾਜ ਲੈਣ ਤੇ ਉਹ ਦਾਤ ਸਾਨੂੰ ਪ੍ਰਾਪਤ ਹੋਵੇ।
ਇਸ ਤੁਕ ਦੇ ਅੰਦਰ ਵੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਰਾਓ ਵਾਲੀਆਂ ਤੁਕਾਂ ਨੇ ਦੋ ਇਹਨਾਂ ਦੇ ਅੰਦਰ ਸਾਨੂੰ ਦੱਸਿਆ। ਜਪ ਮਨ ਹਰ ਹਰ ਨਾਮ ਗੋਬਿੰਦੇ, ਇਹ ਗੁਰਮੁਖ ਪਿਆਰਿਆ, ਪ੍ਰੇਮ ਦੇ ਨਾਲ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪੀ ਜਾ, ਸਿਮਰਨ ਕਰੀ ਜਾ। ਵਡਭਾਗੀ ਗੁਰ ਸਤਿਗੁਰ ਪਾਇਆ, ਵੱਡੇ ਭਾਗਾਂ ਦੇ ਨਾਲ ਪਰਿਪੂਰਨ ਸੱਚ ਸਰੂਪ ਗੁਰੂ ਦੀ ਪ੍ਰਾਪਤੀ ਹੋਈ ਹੈ। ਕਿਉਂਕਿ ਸੱਚ ਸਰੂਪ ਗੁਰੂ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਸਾਨੂੰ ਨਿਰੰਕਾਰ ਦੇ ਨਾਲ ਜੋੜਦਾ ਹੈ। ਗੁਣ ਗਾਏ ਪਰਮਾਨੰਦੇ, ਜਦੋਂ ਸੱਚ ਸਰੂਪ ਗੁਰੂ ਨੇ ਸਾਨੂੰ ਪਰਮਾਤਮਾ ਵਾਹਿਗੁਰੂ ਦੇ ਨਾਲ ਜੋੜਿਆ ਤੇ ਫਿਰ ਉਸ ਪਰਮਾਤਮਾ ਜੋ ਪਰਮ ਆਨੰਦ ਦਾ ਮਾਲਕ ਹੈ ਉਸ ਦੇ ਗੁਣ ਗਾਇਨ ਕਰਨਾ ਕੀਤੇ ਹਨ ਜੀ। ਰਹਾਉ ਸਾਕਤ ਮੂੜ ਮਾਇਆ ਤੇ ਬਦਕ, ਵਿੱਚ ਮਾਇਆ ਫਿਰ ਹੈ ਫਿਰੰਦੇ। ਧੰਨ ਗੁਰੂ ਜੀ ਨੇ ਵਿਸ਼ਰਾਮ ਲਾ ਕੇ ਅੱਗੇ ਕਿਰਪਾ ਕੀਤੀ। ਇੱਥੋਂ ਦੂਜੀ ਪੌੜੀ ਜਿਹੜੀ ਹੈ ਇਹ ਪ੍ਰਾਰੰਭ ਹੋ ਗਈ ਹੈ। ਸਾਕਤ, ਸਾਕਤ ਕਹਿੰਦੇ ਨੇ ਨਾਸਤਕ ਨੂੰ, ਮੂੜ ਕਹਿੰਦੇ ਨੇ ਮੂਰਖ ਨੂੰ, ਤੇ ਮਾਇਆ ਕਹਿੰਦੇ ਨੇ ਮਾਇਆ ਨੂੰ, ਪੈਸੇ ਨੂੰ, ਤੇ ਬਦਕ ਕਹਿੰਦੇ ਨੇ ਸ਼ਿਕਾਰੀ ਨੂੰ, ਜਿਹੜਾ ਸ਼ਿਕਾਰ ਕਰਨ ਵਾਲਾ ਹੁੰਦਾ ਹੈ। ਸਾਕਤ ਮੂੜ ਮਾਇਆ ਕੇ ਬਦਕ, ਜਿਹੜੇ ਨਾਸਤਕ ਨੇ ਇਹ ਮੂਰਖ ਨੇ ਤੇ ਇਹ ਮਾਇਆ ਦਾ ਹੀ ਸ਼ਿਕਾਰ ਕਰਦੇ ਫਿਰਦੇ ਨੇ। ਵਿੱਚ ਮਾਇਆ ਫਿਰੇ ਫਿਰੰਦੇ, ਤੇ ਇਹਨਾਂ ਦਾ ਜਿਹੜਾ ਜੀਵਨ ਹੈ ਨਾ ਉਹ ਮਾਇਆ ਦੇ ਵਿੱਚ ਹੀ ਤੁਰਿਆ ਫਿਰਿਆਂ ਦਾ ਇਹ ਗੁਜ਼ਰ ਹੋ ਜਾਂਦਾ ਹੈ, ਬਸਰ ਹੋ ਜਾਂਦਾ ਹੈ। ਮੈਂ ਇੱਕ ਵਾਰੀ ਫਿਰ ਥੋੜ੍ਹਾ ਜਿਹਾ ਇਸ ਤੁਕ ਨੂੰ, ਦੂਜੀ ਪੌੜੀ ਦੀ ਪਹਿਲੀ ਤੁਕ ਹੈ ਸਾਕਤ। ਸਾਕਤ ਕਹਿੰਦੇ ਨੇ ਨਾਸਤਕ ਨੂੰ, ਸਾਕਤ ਕਹਿੰਦੇ ਨੇ ਸ਼ਕਤੀ ਦੇ ਉਪਾਸ਼ਕ ਨੂੰ। ਦੋ ਅਰਥ ਨੇ ਸਾਕਤ ਦੇ। ਗੁਰਬਾਣੀ ਦੇ ਅੰਦਰ ਭਗਤ ਕਬੀਰ ਜੀ ਨੇ ਸਾਕਤ ਸ਼ਬਦ ਦੇ ਇਹਦੀ ਬੜੀ ਸੁੰਦਰ ਵਿਆਖਿਆ ਕੀਤੀ ਹੈ। ਭਗਤ ਜੀ ਕਹਿੰਦੇ ਨੇ ਸਾਕਤ ਤੇ ਸੂਕਰ ਭਲਾ। ਭਗਤ ਜੀ ਕਹਿੰਦੇ ਨੇ ਜਿਹੜਾ ਨਾਸਤਕ ਹੈ ਨਾ ਉਹਦੇ ਨਾਲੋਂ ਸੂਰ ਚੰਗਾ ਹੈ। ਆਸ਼ਾ ਰਾਖੇ ਗਾਉ, ਕਿਉਂਕਿ ਸੂਰ ਹੈ ਜਿਹੜਾ ਇਹ ਲੋਕਾਂ ਦੀ ਗੰਦਗੀ ਖਾ ਕੇ ਤੇ ਨਗਰ ਦੀ ਜਿਹੜੀ ਹੈ ਨਾ ਇਹ ਸਫਾਈ ਰੱਖਦਾ ਹੈ। ਪਰ ਜਿਹੜਾ ਸਾਕਤ ਹੈ, ਜਿਹੜਾ ਨਾਸਤਕ ਹੈ, ਇਹ ਸਮਾਂ ਨਗਰ ਦੇ ਵਿੱਚ ਗੰਦਗੀ ਹੈ ਜਿਹੜੀ ਇਹ ਫੈਲਾਉਂਦਾ ਹੈ। ਇਹ ਲੋਕਾਂ ਦੇ ਵਿੱਚ, ਸਮਾਜ ਦੇ ਵਿੱਚ ਗੰਦਗੀ ਫੈਲਾਉਂਦਾ ਹੈ। ਸਮਾਜ ਦੇ ਵਿੱਚ ਬੁਰਾਈਆਂ ਜਿਹੜੀਆਂ ਨੇ ਇਹ ਫੈਲਾਉਂਦਾ ਹੈ। ਸਾਕਤ ਦਾ ਅਰਥ ਵਿਦਵਾਨ ਸ਼ਕਤੀ ਦਾ ਉਪਾਸਕ ਵੀ ਕਰ ਲੈਂਦੇ ਨੇ। ਹੁਣ ਸ਼ਕਤੀ ਦਾ ਉਪਾਸਕ ਕਿਵੇਂ ਹੈ? ਮਾਇਆ ਦੀ ਸ਼ਕਤੀ ਹੈ, ਚਾਰ ਭਰਾਵਾਂ ਦੀ ਸ਼ਕਤੀ ਹੈ, ਰਾਜਨੀਤਿਕ ਸ਼ਕਤੀ ਹੈ, ਸਰੀਰਕ ਸ਼ਕਤੀ ਹੈ। ਜਿਹੜਾ ਇਹਨਾਂ ਸ਼ਕਤੀਆਂ ਦੇ ਨਾਲ ਜੁੜਿਆ ਰਹਿੰਦਾ ਹੈ ਉਹਨੂੰ ਸਾਕਤ ਆਖ ਦਿੰਦੇ ਨੇ। ਮੂੜ ਮਾਇਆ ਕੇ ਬਦਕ, ਇਸ ਤਰ੍ਹਾਂ ਦੇ ਜਿਹੜੇ ਸਾਕਤ ਨਾਸਤਕ ਨੇ ਇਹ ਮੂਰਖ ਨੇ ਤੇ ਇਹ ਮਾਇਆ ਦਾ ਸ਼ਿਕਾਰ ਕਰਨ ਦੇ ਲਈ ਮਾਇਆ ਦੇ ਸ਼ਿਕਾਰੀ ਨੇ। ਵਿੱਚ ਮਾਇਆ ਫਿਰੇ ਫਿਰੰਦੇ, ਹੁਣ ਸ਼ਿਕਾਰ ਕਰਨਾ ਤੇ ਫਿਰ ਜੰਗਲ ਦੇ ਵਿੱਚ ਜਾਨਵਰ ਹੀ ਲੱਭਾਂਗੇ ਨਾ। ਆਪਾਂ ਸ਼ਿਕਾਰ ਕਰਨ ਵਾਸਤੇ ਜਾਵਾਂਗੇ ਤੇ ਬਾਹਰ ਰੋਈਆਂ ਖੇਤਾਂ ਦੇ ਵਿੱਚ ਫਿਰ ਸ਼ਿਕਾਰ ਹੀ ਲੱਭਦੇ ਫਿਰਾਂਗੇ। ਉੱਥੇ ਜਿਹੜੀ ਸੋਹਣੀ ਫਸਲ ਲਹਿਰਾ ਰਹੀ ਉਹਦੇ ਨਾਲ ਸਾਡਾ ਕੋਈ ਮਤਲਬ ਨਹੀਂ, ਸਾਡਾ ਧਿਆਨ ਹੀ ਉੱਧਰ ਨਹੀਂ ਜਾਂਦਾ। ਕਿਉਂਕਿ ਇਹ ਸੁਰਤ ਬਿਰਤੀ ਹੈ, ਇਹਨੂੰ ਸੁਰਤ ਬਿਰਤੀ ਆਖਿਆ। ਅੰਦਰੋਂ ਮਨੁੱਖ ਜਿਸ ਚੀਜ਼ ਦੇ ਨਾਲ ਜੁੜਿਆ ਹੁੰਦਾ ਹੈ ਨਾ ਉਹਦਾ ਧਿਆਨ ਉੱਥੇ ਹੀ ਲੱਗਾ ਰਹਿੰਦਾ ਹੈ। ਕਈ ਵਾਰੀ ਅਸੀਂ ਤੁਰੇ ਜਾਂਦੇ ਹਾਂ, ਸੁਰਤ ਬਿਰਤੇ ਜਿਹੜੀ ਇਹ ਕਿਤੇ ਹੋਰ ਲੱਗੀ ਹੋਈ ਹੈ ਤੇ ਸਾਡੇ ਕੋਲੋਂ ਕੋਈ ਪ੍ਰਾਣੀ ਲੰਘ ਜੇ ਨਾ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਸਾਡੇ ਕੋਲੋਂ ਕੌਣ ਲੰਘ ਗਿਆ। ਭਾਵੇਂ ਅਸੀਂ ਉਹਨੂੰ ਜਾਣਦੇ ਪਛਾਣਦੇ ਹੋਈਏ, ਸਾਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਸੁਰਤ ਬਿਰਤ ਕਿਤੇ ਹੋਰ ਟਿਕੀ ਹੋਈ ਹੈ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਿਹੜਾ ਨਾਸਤਕ ਹੈ, ਮੂਰਖ ਹੈ ਤੇ ਮਾਇਆ ਦੇ ਸ਼ਿਕਾਰ ਦੇ ਲਈ ਇਹ ਤੁਰਿਆ ਵਿੱਚ ਮਾਇਆ ਫਿਰੇ ਫਿਰੰਦੇ, ਤੇ ਮਾਇਆ ਦੇ ਵਿੱਚ ਹੀ ਇਹ ਫਿਰੇ ਫਿਰੰਦੇ ਦਾ ਅਰਥ ਜੂਨਾਂ ਦੇ ਵਿੱਚ ਫਿਰਦਾ ਰਹਿੰਦਾ ਹੈ ਜੀ। ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ, ਜਿਉ ਤੇਲੀ ਬਲਦ ਪਵੰਦੇ। ਤ੍ਰਿਸ਼ਨਾ ਜਿਹੜੀ ਇਹਨੂੰ ਅੱਗ ਆਖਿਆ ਤੇ ਇਹ ਅੱਗ ਜਿਹੜੀ ਇਹ ਮਨੁੱਖ ਦੇ ਅੰਦਰ ਹੈ। ਜਲਤ ਦਾ ਅਰਥ ਹੈ ਸੜਨਾ ਤੇ ਕਿਰਤ ਦਾ ਅਰਥ ਹੈ ਕੰਮ। ਇਹਨੂੰ ਥੋੜਾ ਜਿਹਾ ਸਮਝਣਾ ਪਏਗਾ। ਅਸੀਂ ਇਸ ਸੰਸਾਰ ਦੇ ਅੰਦਰ ਜਦੋਂ ਜਨਮ ਲਿਆ ਏ ਉਦੋਂ ਇੱਕ ਲਿਖਤ ਜਿਹੜੀ ਉਹ ਕਰਵਾ ਕੇ ਆਏ ਆ। ਉਹ ਲਿਖਤ ਕੀ ਹੈ ਵੀ ਅਸੀਂ ਕਿਹੜੀ ਕਿਰਤ ਦੇ ਨਾਲ ਜੁੜ ਕੇ ਤੇ ਆਪਣੇ ਜੀਵਨ ਦੇ ਵਿੱਚ ਰੋਜੀ ਰੋਟੀ ਜਿਹੜੀ ਹੈ ਉਹ ਖਾਣੀ ਹੈ। ਅਸੀਂ ਵੇਖਦੇ ਹਾਂ ਕਈ ਬੱਚੇ ਨੇ ਉਹ ਬੜੇ ਹੁਸ਼ਿਆਰ ਹੁੰਦੇ ਨੇ, ਪੜ੍ਹਨ ਦੇ ਵਿੱਚ ਪੜ੍ਹ ਕੇ ਡਾਕਟਰ ਬਣ ਜਾਂਦੇ ਨੇ, ਇੰਜੀਨੀਅਰ ਬਣ ਜਾਂਦੇ ਨੇ, ਹੋਰ ਵੱਡੀਆਂ ਵੱਡੀਆਂ ਪਦਵੀਆਂ ਨੂੰ ਪਾ ਲੈਂਦੇ ਨੇ। ਤੇ ਉਸੇ ਦਾ ਭਰਾ ਹੁੰਦਾ ਨਾ ਜਿਹੜਾ
ਉਹਨੂੰ ਕੁਝ ਵੀ ਨਹੀਂ ਆਉਂਦਾ। ਹੁਣ ਮਾਤਾ ਪਿਤਾ ਦੋਵਾਂ ਦਾ ਇੱਕੋ ਹੀ ਏ ਤੇ ਦੋ ਬੱਚਿਆਂ ਨੂੰ ਜਨਮ ਦਿੱਤਾ। ਇੱਕ ਬੱਚਾ ਜਿਹੜਾ ਉਹ ਪੜ੍ਹਿਆ ਲਿਖਿਆ ਬਣ ਗਿਆ, ਬੜਾ ਉੱਚ ਪਦਵੀ ਵਾਲਾ ਬਣ ਗਿਆ, ਤੇ ਦੂਜਾ ਬੱਚਾ ਜਿਹੜਾ ਉਹ ਖੇਤੀ ਕਰਨ ਜੋਗਾ ਰਹਿ ਗਿਆ। ਹੁਣ ਜਿਹੜਾ ਜ਼ਿਆਦਾ ਪੜ੍ਹਿਆ ਲਿਖਿਆ ਉਹਨੂੰ ਖੇਤੀ ਕਰਨੀ ਨਹੀਂ ਆਉਂਦੀ, ਤੇ ਜਿਹਨੂੰ ਖੇਤੀ ਕਰਨੀ ਆਉਂਦੀ ਏ ਉਹਨੂੰ ਜ਼ਿਆਦਾ ਪੜ੍ਹਾਈ ਲਿਖਾਈ ਨਹੀਂ ਆਉਂਦੀ। ਭਰਾ ਦੋਵੇਂ ਨੇ। ਇਹ ਕੀ ਏ? ਕਿਰਤ ਕੇ ਵਾਧੇ। ਉਸ ਪ੍ਰਭੂ ਪਰਮਾਤਮਾ ਨੇ ਸਾਨੂੰ ਤੋਰਿਆ ਕਿਰਤ ਦੇ ਨਾਲ ਬੰਨ੍ਹ ਕੇ ਵੀ ਤੈਨੂੰ ਆਹ ਹੀ ਕਰਨਾ ਪਏਗਾ। ਮੇਰੇ ਖਿਆਲ ਗੱਲ ਪਕੜ ਦੇ ਵਿੱਚ ਆ ਗਈ ਹੋਣੀ, ਨਹੀਂ ਤਾਂ ਮੈਂ ਥੋੜ੍ਹੀ ਜਿਹੀ ਹੋਰ ਮਿਹਨਤ ਕਰਦਾ। ਤ੍ਰਿਸ਼ਨਾ ਜਲਤ ਕਿਰਤ ਕੇ ਵਾਧੇ। ਉਸ ਪ੍ਰਭੂ ਪਰਮਾਤਮਾ ਨੇ ਸਾਡੇ ਕਰਮਾਂ ਦੇ ਵਿੱਚ ਸਾਡੀ ਕਿਰਤ ਲਿਖੀ ਹੈ, ਸਾਡਾ ਕੰਮ ਲਿਖਿਆ ਹੈ ਵੀ ਤੂੰ ਇਸ ਤਰ੍ਹਾਂ ਕਰੇਂਗਾ ਤੇ ਇਹਦੇ ਨਾਲ ਆਪਣਾ ਢਿੱਡ ਵੀ ਪਾਲੇਂਗਾ ਤੇ ਆਪਣੇ ਪਰਿਵਾਰ ਦੀ ਜਿਹੜੀ ਰੋਜੀ ਰੋਟੀ ਹੈ ਨਾ ਉਹ ਵੀ ਤੈਨੂੰ ਇਸ ਕਿਰਤ ਦੇ ਨਾਲ ਮਿਲੇਗੀ, ਇਸ ਕੰਮ ਦੇ ਨਾਲ ਮਿਲੇਗੀ। ਇਹਨੂੰ ਕਹਿੰਦੇ ਨੇ ਕਿਰਤ ਕੇ ਵਾਧੇ। ਇਸ ਤਰ੍ਹਾਂ ਅਸੀਂ ਕੰਮ ਦੇ ਨਾਲ ਬੱਝੇ ਹੋਏ ਹਾਂ, ਤੇ ਜਿਹੜੇ ਕੰਮ ਦੇ ਨਾਲ ਅਸੀਂ ਬੱਝੇ ਹੋਏ ਹਾਂ ਉਹੀ ਕੰਮ ਹੈ ਜਿਹੜਾ ਅਸੀਂ ਆਪਣੇ ਜੀਵਨ ਦੇ ਵਿੱਚ ਇੱਥੇ ਕਰਨਾ ਹੈ। ਜਿਤਨਾ ਮਰਜ਼ੀ ਯਤਨ ਕਰੀਏ ਵੀ ਸਾਨੂੰ ਇਹ ਪਸੰਦ ਨਹੀਂ, ਅਸੀਂ ਇਹ ਕਰਨਾ ਨਹੀਂ, ਕਰਨਾ ਉਹੀ ਪਾਈਆਂ ਉਸੇ ਧੰਦੇ ਉਸੇ ਕੰਮ ਦੇ ਵਿੱਚ ਹੋਣਗੀਆਂ। ਤ੍ਰਿਸ਼ਨਾ ਜਲਤ। ਤੇ ਫਿਰ ਸਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਜਿਹੜੀ ਇਹ ਕਿਉਂ ਲੱਗਦੀ ਹੈ? ਤ੍ਰਿਸ਼ਨਾ ਦਾ ਅਰਥ ਹੁੰਦਾ ਹੋਰ। ਤ੍ਰਿਸ਼ਨਾ ਜਿਹੜੀ ਇਹ ਉਦੋਂ ਬਣਦੀ ਹੈ ਜਦੋਂ ਸਾਡੇ ਅੰਦਰ ਹੋਰ ਦਾ ਖਿਆਲ ਆ ਜਾਵੇ, ਉਸ ਨੂੰ ਫਿਰ ਤ੍ਰਿਸ਼ਨਾ ਆਖਦੇ ਨੇ। ਜਿਵੇਂ ਕੋਈ ਮਨੁੱਖ ਹੈ, ਉਹਦੀ ਦੁਕਾਨ ਹੈ, ਸਬਜ਼ੀ ਭਾਜੀ ਦੀ ਦੁਕਾਨ ਹੈ ਤੇ ਬੜੀ ਵਧੀਆ ਚੱਲਦੀ ਹੈ। ਹੁਣ ਸਬਜ਼ੀ ਤਾਂ ਜਿਹੜੇ 10 ਘਰ ਨੇ ਉਹਦੀ ਦੁਕਾਨ ਦੇ ਨਾਲ ਜੁੜੇ, ਉਹਨਾਂ ਨੇ 10 ਘਰਾਂ ਨੇ ਸਬਜ਼ੀ ਉੱਥੋਂ ਖਰੀਦਣੀ ਇਹਨਾਂ। ਹੁਣ ਇਹਦੇ ਅੰਦਰ ਤ੍ਰਿਸ਼ਨਾ ਆ ਗਈ ਵੀ ਮੈਂ ਆਪਣੀ ਕਮਾਈ ਨੂੰ ਹੋਰ ਕਿਵੇਂ ਵਧਾਵਾਂ। ਸਬਜ਼ੀ ਤਾਂ ਇਤਨੀ ਕੁ ਵਿਕੇਗੀ ਕਿਉਂਕਿ ਇਸ ਪਿੰਡ ਦੇ ਵਿੱਚ ਘਰ ਹੀ 10 ਨੇ, ਤੇ ਉਹ 10 ਘਰਾਂ ਨੂੰ ਜਿੰਨੀ ਕੁ ਚਾਹੀਦੀ ਉਨੀ ਕੁ ਮੈਂ ਲੈ ਉਹਨਾਂ ਤੇ ਵੇਚ ਲੈਣਾ। ਫਿਰ ਇਹਨੇ ਕੀ ਕੀਤਾ, ਨਾਲ ਸਾਈਕਲਾਂ ਦੇ ਨਾਲ ਪੈਂਚਰ ਲਾਉਣ ਦਾ ਕੰਮ ਸ਼ੁਰੂ ਕਰ ਲਿਆ। ਇਹ ਤ੍ਰਿਸ਼ਨਾ ਹੋ ਗਈ ਹੈ ਵੀ ਜਿਹੜੀ ਕਿਸੇ ਹੋਰ ਦੀ ਦੁਕਾਨ ਹੈ ਨਾ ਸਾਈਕਲਾਂ ਨੂੰ ਪੈਂਚਰ ਲਾਉਣ ਵਾਲੀ, ਉਹ ਵੀ ਕਮਾਈ ਜਿਹੜੀ ਉਹ ਵੀ ਮੇਰੇ ਕੋਲ ਆ ਜਾਵੇ। ਇਹ ਇੱਥੇ ਵੀ ਨਹੀਂ ਰੁਕਿਆ, ਫਿਰ ਕਿਸੇ ਦੇ ਹੋਰ ਧੰਦੇ ਨੂੰ ਵੇਖ ਕੇ ਉਹ ਧੰਦਾ ਵੀ ਇਹਨੇ ਆਪਣੀ ਦੁਕਾਨ ਦੇ ਵਿੱਚ ਫਿੱਟ ਕਰ ਲਏ। ਇਹਨੂੰ ਕਹਿੰਦੇ ਨੇ ਤ੍ਰਿਸ਼ਨਾ। ਤ੍ਰਿਸ਼ਨਾ ਜਲਤ ਕਿਰਤ ਕੇ ਵਾਧੇ। ਅਸੀਂ ਕਿਰਤ ਦੇ ਵਿੱਚ ਬੱਝੇ ਹੋਏ ਹਾਂ। ਜਿਹੜੀ ਕਿਰਤ ਸਾਡੇ ਕਰਮਾਂ ਦੇ ਵਿੱਚ ਲਿਖੀ ਹੈ ਉਹੀ ਕਿਰਤ ਕਰਨੀ ਹੈ, ਤੇ ਉਸ ਕਿਰਤ ਦੇ ਵਿੱਚ ਜਿੰਨੀ ਕਮਾਈ ਸਾਡੇ ਕਰਮਾਂ ਦੇ ਵਿੱਚ ਲਿਖੀ ਹੈ ਉਤਨੀ ਕਮਾਈ ਹੋਣੀ ਹੈ। ਤੇ ਅਸੀਂ ਸੜਦੇ ਹਾਂ ਫਿਰ ਤ੍ਰਿਸ਼ਨਾ ਦੇ ਵਿੱਚ ਵੀ ਫਲਾਣੇ ਦੀ ਦੁਕਾਨ ਤਾਂ ਬੜੀ ਚੱਲਦੀ ਏ, ਸਾਡੀ ਦੁਕਾਨ ਚੱਲਦੀ ਨਹੀਂ। ਇਹ ਤ੍ਰਿਸ਼ਨਾ ਬਣ ਗਈ ਹੈ। ਧੰਨ ਗੁਰਬਾਣੀ ਦੇ ਅੰਦਰ ਇਸ ਨੂੰ ਇੱਕ ਤੁਕ ਦੇ ਨਾਲ ਗੁਰੂ ਜੀ ਨੇ ਸਮਝਾਇਆ ਹੈ, ਜਿਸ ਦੇ ਅੰਦਰ ਤਾਤ ਪਰਾਈ ਹੋਏ ਤਿਸ ਦਾ ਕਦੇ ਨਾ ਹੋਵੇ ਭਲਾ। ਗੁਰੂ ਜੀ ਰਹਿਮਤ ਕਰਦੇ ਨੂੰ ਤਾਤ ਪਰਾਈ ਵੀ ਆਖਿਆ। ਪਰਾਈ ਦਾ ਅਰਥ ਹੁੰਦਾ ਦੂਜੀ, ਤੇ ਤਾਤ ਦਾ ਅਰਥ ਹੁੰਦਾ ਸੜਨਾ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜਿਹੜਾ ਇਸ ਤਰ੍ਹਾਂ ਦੂਜੇ ਨੂੰ ਵੇਖ ਕੇ ਸੜਦਾ ਹੈ ਨਾ, ਤਿਸ ਦਾ ਕਦੇ ਨਾ ਹੋਵੇ ਭਲਾ। ਉਹਦਾ ਫਿਰ ਕਦੇ ਭਲਾ ਨਹੀਂ ਹੋ ਸਕਦਾ। ਉਹ ਭਲਾ ਮਨੁੱਖ ਜਿਹੜਾ ਨਾ ਆਪਣਾ ਭਲਾ ਨਹੀਂ ਕਰਵਾ ਸਕਦਾ। ਸੋ ਗੁਰੂ ਜੀ ਨੇ ਇੱਥੇ ਸਾਨੂੰ ਇਹ ਸਮਝਾਇਆ, ਤ੍ਰਿਸ਼ਨਾ ਜਲਤ ਕਿਰਤ ਕੇ ਵਾਧੇ। ਬੱਝੇ ਹੋਏ ਸੀ ਕਿਰਤ ਦੇ ਨਾਲ, ਤੇ ਕਿਰਤ ਜਿਹੜੀ ਉਹ ਅਸੀਂ ਆਪਾਂ ਧੁਰ ਦਰਗਾਹ ਤੋਂ ਸਾਰੇ ਲਿਖਵਾ ਕੇ ਲੈ ਕੇ ਆਏ ਹਾਂ ਵੀ ਤੂੰ ਦੁਕਾਨ ਕਰਨੀ ਹੈ, ਤੂੰ ਖੇਤੀ ਕਰਨੀ ਹੈ, ਤੂੰ ਨੌਕਰੀ ਕਰਨੀ ਹੈ, ਤੂੰ ਆਹ ਕਰਨਾ, ਤੂੰ ਆਹ ਕਰਨਾ। ਤੇ ਸਾਡੇ ਅੰਦਰ ਦੀ ਤ੍ਰਿਸ਼ਨਾ ਦੇ ਨਾਲ ਅਸੀਂ ਸੜਦੇ ਹਾਂ। ਜੋ ਤੇਲੀ ਬਲਦ ਭਵੰਦੇ। ਇੱਥੇ ਗੁਰੂ ਮਹਾਰਾਜ ਜੀ ਨੇ ਨੁਕਤਾ ਦਿੱਤਾ ਤੇਲੀ ਦੇ ਬਲਦ ਦਾ। ਇੱਕ ਸਮਾਂ ਸੀ ਉਦੋਂ ਕੋਹਲੂ ਦੇ ਅੱਗੇ ਬਲਦ ਨੂੰ ਜੋੜਿਆ ਜਾਂਦਾ, ਤੇ ਇਹ ਬਲਦ ਸੀ ਜਿਹੜਾ ਇਹਨੂੰ ਜਦੋਂ ਕੋਹਲੂ ਦੇ ਅੱਗੇ ਜੋੜਿਆ ਜਾਂਦਾ ਤੇ ਇਹਦੀਆਂ ਅੱਖਾਂ ਦੇ ਉੱਤੇ ਨਾ ਖੋਪੇ ਚਾੜ ਦਿੱਤੇ ਜਾਂਦੇ ਤਾਂ ਕਿ ਇਹਨੂੰ ਪਤਾ ਨਾ ਲੱਗੇ ਵੀ ਮੈਨੂੰ ਕੋਈ ਮਗਰ ਤੋਰਨ ਵਾਲਾ ਹੈਗਾ ਜਾਂ ਨਹੀਂ ਹੈਗਾ। ਕਿਉਂਕਿ ਕੋਹਲੂ ਦੇ ਵਿੱਚ ਸਰੋਂ ਪਾਈ ਜਾਂਦੀ ਤੇ ਉਦੋਂ ਬਾਅਦ ਤਾਂ ਫਿਰ ਕੋਈ ਕੰਮ ਨਹੀਂ ਸੀ ਰਹਿ ਜਾਂਦਾ। ਨਹੀਂ ਤਾਂ ਫਿਰ ਜਿਹੜਾ ਤੇਲੀ ਸੀ ਇਸ ਨੂੰ ਉੱਥੇ ਵੱਝ ਕੇ ਬਹਿਣਾ ਪੈਂਦਾ ਸੀ। ਇਹ ਫਿਰ ਖੋਪੇ ਚਾੜ ਕੇ ਇੱਕ ਵਾਰੀ ਇਹਨੂੰ ਤੋਰ ਕੇ ਤੇ ਫਿਰ ਬਾਅਦ ਦੇ ਵਿੱਚ ਆਪਣਾ ਜਿਹੜਾ ਉੱਥੇ ਨੇੜੇ ਤੇੜੇ ਕੋਈ ਹੋਰ ਕੰਮ ਧੰਦਾ ਸੀ ਉਹ ਕਰੀ ਜਾਂਦਾ। ਜਦੋਂ ਇਸ ਬਲਦ ਦੇ ਅੱਖਾਂ ਤੋਂ ਖੋਪੇ ਖੋਲ੍ਹੇ ਜਾਂਦੇ ਨਾ ਸ਼ਾਮ ਨੂੰ, ਤੇ ਉਦੋਂ ਫਿਰ ਇਹ ਬਲਦ ਵੇਖਦਾ ਵੀ ਮੈਂ ਤਾਂ ਉੱਥੇ ਦਾ ਉੱਥੇ ਹੀ ਖੜਾ ਜਿੱਥੋਂ ਤੁਰਿਆ ਸੀ, ਤੇ ਨਹੀਂ ਤਾਂ ਇਹਨੂੰ ਇਸ ਤਰ੍ਹਾਂ ਲੱਗਦਾ ਵੀ ਮੈਂ ਬੜਾ ਵੱਡਾ ਸਫ਼ਰ ਜਿਹੜਾ ਉਹ ਤੈਅ ਕਰ ਦਿੱਤਾ ਹੈ। ਹੁਣ ਗੁਰੂ ਜੀ ਇੱਥੇ ਸਮਝਾਉਂਦੇ ਕੀ ਨੇ? ਗੁਰੂ ਜੀ ਸਾਨੂੰ ਸਮਝਾਉਂਦੇ ਨੇ ਵੀ ਸਾਡੀਆਂ ਅੱਖਾਂ ਦੇ ਉੱਤੇ ਨਾ ਅਗਿਆਨਤਾ ਦੇ ਖੋਪੇ ਚੜ੍ਹੇ ਹੋਏ ਨੇ।
ਅਸੀਂ ਭਜਨ ਵੀ ਕਰਦੇ ਹਾਂ, ਬੰਦਗੀ ਵੀ ਕਰਦੇ ਹਾਂ, ਸੇਵਾ ਵੀ ਕਰਦੇ ਹਾਂ, ਸਿਮਰਨ ਵੀ ਕਰਦੇ ਹਾਂ। ਤੇ ਜਦੋਂ ਇਹ ਅਗਿਆਨਤਾ ਦੇ ਖੋਪੇ ਖੁੱਲ੍ਹਦੇ ਨੇ ਨਾ, ਤੇ ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਜਿਹੜੇ ਦਿਨ ਤੋਂ ਪਾਠ ਕਰਨਾ ਸ਼ੁਰੂ ਕੀਤਾ ਸੀ, ਜਿੰਨੀ ਕੁ ਅਵਸਥਾ ਉਦਣ ਸੀ ਉੱਥੇ ਦੇ ਉੱਥੇ ਹੀ ਖੜੇ ਹਾਂ। ਕਿਉਂ ਖੜੇ ਹਾਂ? ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ। ਜਿੰਨੀ ਕੁ ਸਾਡੇ ਅੰਦਰ ਪ੍ਰਭੂ ਪਰਮਾਤਮਾ ਨੇ ਕਿਰਤ ਦਿੱਤੀ ਸੀ, ਉਨੀ ਕੁ ਕਿਰਤ ਦੇ ਉੱਤੇ ਅਸੀਂ ਨਿਰਭਰ ਨਹੀਂ ਰਹੇ, ਤੇ ਸਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਬਣ ਗਈ। ਉਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਨ ਕਰਕੇ ਅਸੀਂ ਉੱਥੇ ਦੇ ਉੱਥੇ ਖੜੇ ਹਾਂ ਜੀ। ਗੁਰਮੁਖ ਸੇਵ ਲਗੇ ਸੇ ਉਦਰੇ, ਬੜ ਭਾਗੀ ਸੇਵ ਕਰਨ ਦੇ। ਧੰਨ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਸਾਰੇ ਯੁੱਗਾਂ ਦਾ ਵਰਣਨ ਕੀਤਾ, ਜਿੱਥੇ ਸਾਨੂੰ ਦੱਸਿਆ ਨਾ ਜਤ ਸੰਜਮ ਉਹਨਾਂ ਯੁੱਗਾਂ ਕਾ ਧਰਮ ਹੈ। ਭਾਈ ਸਤਯੁਗ ਤ੍ਰੇਤਾ ਦੁਆਪਰ ਸੀ, ਉਦੋਂ ਜਦੋਂ ਕੋਈ ਭਜਨ ਬੰਦਗੀ ਕਰਦਾ ਨਾ, ਉਹਨੂੰ ਜਤ ਸਤ ਦੇ ਵਿੱਚ ਰਹਿਣਾ ਜਿਹੜਾ ਸੀ ਇਹ ਜ਼ਰੂਰੀ ਸੀ। ਜੇ ਉਹ ਜਤ ਸਤ ਦੇ ਵਿੱਚ ਰਹਿੰਦਾ ਤੇ ਉਹਨੂੰ ਪਹਿਲੇ ਨੰਬਰ ਤੇ ਲਿਆ ਜਾਂਦਾ ਸੀ ਵੀ ਇਹ ਸ਼੍ਰੋਮਣੀ ਭਗਤ ਹੈ। ਜਿਵੇਂ ਕਿਸੇ ਨੇ ਫੌਜ ਦੇ ਵਿੱਚ ਭਰਤੀ ਹੋਣਾ ਹੈ, ਤੇ ਜੇ ਉਹ ਫਿਜ਼ੀਕਲੀ ਤੌਰ ਤੇ ਫਿੱਟ ਹੈ, ਕੋਈ ਖੇਡ ਦੇ ਨਾਲ ਜੁੜਿਆ, ਉਹਦੇ ਕੋਲ ਕਿਸੇ ਖੇਡ ਦਾ ਸਰਟੀਫਿਕੇਟ ਹੈ, ਤੇ ਉਹਨੂੰ ਪਹਿਲੇ ਤੌਰ ਤੇ ਲੈਣਗੇ। ਇਸੇ ਤਰ੍ਹਾਂ ਪੁਲਿਸ ਦੇ ਵਿੱਚ ਜੇ ਕਿਸੇ ਨੇ ਬੈਂਕ ਦੇ ਵਿੱਚ ਨੌਕਰੀ ਲੈਣੀ ਹੈ, ਤੇ ਉਹਨੂੰ ਤਾਂ ਆਖਣਗੇ ਵੀ ਤੇਰੀ ਸਟੱਡੀ ਵਿਖਾ, ਪੜ੍ਹਾਈ ਵਿਖਾ। ਸੋ ਇਸੇ ਤਰ੍ਹਾਂ ਉਸ ਪ੍ਰਭੂ ਪਰਮਾਤਮਾ ਦੇ ਦਰ ਤੇ ਜਿਹੜੇ ਪਹੁੰਚਣ ਵਾਲੇ ਨੇ ਕਲਯੁਗ ਦੇ ਅੰਦਰ, ਜੇ ਉਹ ਗੁਰਮੁਖ ਹੈ ਨਾ, ਸੇਵ ਲੱਗੇ ਤੇ ਗੁਰਮੁਖ ਬਣ ਕੇ ਸੇਵਾ ਦੇ ਵਿੱਚ ਲੱਗੇ, ਤੇ ਫਿਰ ਉਹਨੂੰ ਪਹਿਲੇ ਤੌਰ ਤੇ ਪਹਿਲੇ ਦਰਜੇ ਦਾ ਸੇਵਾਦਾਰ ਮੰਨਿਆ ਜਾਏਗਾ। ਸੇ ਉਧਰੇ ਉਹਨਾਂ ਦਾ ਭਲਾ ਹੋਏਗਾ। ਵਡਭਾਗੀ ਸੇਵ ਕਰਨ ਦੇ। ਇਸ ਤਰ੍ਹਾਂ ਦੀ ਸੇਵਾ ਕਰਨ ਵਾਲੇ ਜਿਹੜੇ ਨੇ ਉਹ ਬੜੇ ਵੱਡੇ ਭਾਗਾਂ ਵਾਲੇ ਹੋ ਗਏ ਨੇ। ਹੁਣ ਇਹਨਾਂ ਦੋਵਾਂ ਤੁਕਾਂ ਦਾ ਸੁਮੇਲ ਕਰਕੇ ਆਪਾਂ ਪੂਰੀ ਗੱਲ ਨੂੰ ਸਮਝਣਾ ਹੈ। ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ। ਅਸੀਂ ਕਿਰਤ ਦੇ ਨਾਲ ਬੱਝੇ ਹੋਏ ਹਾਂ। ਜਿਹੜੀ ਕਿਰਤ ਧੁਰੋਂ ਲਿਖਵਾ ਕੇ ਲੈ ਕੇ ਆਏ ਹਾਂ, ਉਹੀ ਕਿਰਤ ਸਾਨੂੰ ਮਿਲਣੀ ਹੈ, ਤੇ ਉਸੇ ਕਿਰਤ ਦੇ ਨਾਲ ਸਾਡੀ ਰੋਜੀ ਰੋਟੀ ਤੁਰਨੀ ਹੈ। ਉਸ ਕਿਰਤ ਦੇ ਵਿੱਚ ਭਾਵੇਂ ਥੋੜੀ ਕਮਾਈ ਹੋਵੇ ਤੇ ਭਾਵੇਂ ਜ਼ਿਆਦੀ ਹੋਵੇ, ਜੇ ਅਸੀਂ ਸਬਰ ਸੰਤੋਖ ਦੇ ਵਿੱਚ ਰਹੇ ਹਾਂ ਤੇ ਫਿਰ ਸਾਡੀ ਭਜਨ ਬੰਦਗੀ ਸਿਮਰਨ ਕੀਤਾ, ਇਹਦੇ ਨਾਲ ਅੰਦਰ ਦੀ ਅਵਸਥਾ ਬਣ ਜਾਵੇਗੀ। ਨਹੀਂ ਤਾਂ ਫਿਰ ਤੇਲੀ ਵਾਲੇ ਬਲਦ ਵਾਲਾ ਹਾਲ ਏ। ਜਿਸ ਦਿਨ ਤੋਂ ਗੁਟਕਾ ਸਾਹਿਬ ਪਕੜਿਆ ਸੀ, ਨਿਤਨੇਮ ਕਰਨ ਲੱਗੇ ਸਾਂ, ਸਿਮਰਨ ਕਰਨ ਲੱਗੇ ਸਾਂ, ਤੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਵੀ ਨਾਲ ਉਤਨਾ ਹੀ ਸੜਦੇ ਰਹੇ। ਕਿਉਂਕਿ ਗੁਰੂ ਜੀ ਨੇ ਸਾਨੂੰ ਦੱਸ ਦਿੱਤਾ, ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਜਦੋਂ ਅਸੀਂ ਦੂਜਿਆਂ ਨੂੰ ਵੇਖ ਕੇ ਸੜਦੇ ਰਹੇ ਹਾਂ, ਤੇ ਫਿਰ ਅੰਦਰ ਜਿਹੜੀ ਉਹ ਤ੍ਰਿਸ਼ਨਾ ਦੀ ਅੱਗ ਨੇ ਸਾਨੂੰ ਸਾੜ ਰੱਖੀ ਹੈ, ਤੇ ਇਸ ਦੇ ਨਾਲ ਸਾਡਾ ਭਲਾ ਜਿਹੜਾ ਉਹ ਨਹੀਂ ਹੋਇਆ। ਤੇ ਫਿਰ ਗੁਰੂ ਮਹਾਰਾਜ ਜੀ ਹੁਣ ਅਗਲੀ ਤੁਕ ਦੇ ਅੰਦਰ ਦੱਸਦੇ ਨੇ, ਜਿਹੜਾ ਗੁਰਮੁਖ ਪਿਆਰਾ ਹੈ ਨਾ, ਜੋ ਪ੍ਰਭੂ ਪਰਮਾਤਮਾ ਨੇ ਕਿਰਤ ਦਿੱਤੀ, ਉਸ ਕਿਰਤ ਦੇ ਨਾਲ ਰੋਜੀ ਰੋਟੀ ਕਮਾ ਰਿਹਾ। ਜਿਵੇਂ ਭਗਤ ਕਬੀਰ ਜੀ ਜੁਲਾਹੇ ਸਨ, ਤੇ ਖੱਡੀਆਂ ਬੁਣਨ ਦਾ ਇਹਨਾਂ ਦਾ ਕੰਮ ਸੀ, ਉਸੇ ਦੇ ਵਿੱਚ ਹੀ ਉਹਨਾਂ ਨੇ ਸਬਰ ਸੰਤੋਖ ਰੱਖਿਆ ਸੀ। ਉਸੇ ਕਿਰਤ ਦੇ ਨਾਲ ਭਗਤ ਰਵਿਦਾਸ ਜੀ ਸਨ, ਜਿਹੜੇ ਇਹਨਾਂ ਦਾ ਕੰਮ ਜੁੱਤੀਆਂ ਗੰਢਣ ਦਾ ਸੀ, ਬਣਾਉਣ ਦਾ ਸੀ, ਤੇ ਉਤਨੀ ਕੁ ਕਿਰਤ ਇੱਕ ਸੜਕ ਦੇ ਕਿਨਾਰੇ ਤੇ ਬੈਠ ਕੇ ਨਾ ਇਹ ਆਪਣੀ ਸਾਰੀ ਜ਼ਿੰਦਗੀ ਨੂੰ ਗੁਜ਼ਾਰਨ ਵਾਲੇ ਸਨ। ਇਸ ਤਰ੍ਹਾਂ ਭਗਤ ਨਾਮਦੇਵ ਜੀ ਨੇ ਇਹ ਸ਼ਿੰਬੇ ਸਨ, ਤੇ ਕੱਪੜਿਆਂ ਦਾ ਕੰਮ ਸੀ, ਤੇ ਇਹਨਾਂ ਨੇ ਭਾਈ ਇਸੇ ਤਰ੍ਹਾਂ ਭਗਤ ਸੈਨ ਜੀ ਸਨ, ਇਹਨਾਂ ਦਾ ਕੰਮ ਸੀ। ਸੋ ਇਹਨਾਂ ਭਗਤਾਂ ਦੇ ਜੀਵਨ ਤੋਂ ਸਾਨੂੰ ਇਸ ਗੱਲ ਦੀ ਸੋਝੀ ਆਉਂਦੀ ਹੈ ਵੀ ਪ੍ਰਭੂ ਪਰਮਾਤਮਾ ਨੇ ਜੋ ਸਾਨੂੰ ਕਿਰਤ ਦਿੱਤੀ ਹੈ, ਜੇ ਅਸੀਂ ਉਸ ਕਿਰਤ ਦੇ ਨਾਲ ਜੁੜ ਕੇ ਸਬਰ ਸੰਤੋਖ ਦੇ ਵਿੱਚ ਹਾਂ, ਤੇ ਫਿਰ ਤਾਂ ਗੁਰਮੁਖ ਹਾਂ। ਗੁਰਮੁਖ ਸੇਵ ਲੱਗੇ ਸੇ ਉਧਰੇ। ਇਸ ਤਰ੍ਹਾਂ ਜਿਹੜੇ ਗੁਰਮੁਖ ਹੋ ਕੇ ਸੇਵਾ ਦੇ ਵਿੱਚ ਲੱਗ ਗਏ ਨੇ ਭਾਈ, ਉਹਨਾਂ ਦਾ ਭਲਾ ਹੋ ਗਿਆ। ਵਡਭਾਗੀ ਸੇਵ ਕਰਨ ਦੇ, ਤੇ ਵੱਡੇ ਭਾਗਾਂ ਵਾਲੇ ਨੇ ਜਿਹੜੇ ਇਸ ਤਰ੍ਹਾਂ ਦੀ ਸੇਵਾ ਕਰਦੇ ਹਨ ਜੀ। ਜਿਨ ਹਰ ਜਪਿਆ ਤਿਨ ਫਲ ਪਾਇਆ, ਸਭ ਟੂਟੇ ਮਾਇਆ ਫੰਦੇ। ਜਿਨ ਹਰ ਜਪਿਆ, ਜਿਨ੍ਹਾਂ ਨੇ ਹਰੀ ਪਰਮਾਤਮਾ ਦਾ ਜਪ ਕਰ ਲਿਆ, ਤਿੰਨ ਫਲ ਪਾਇਆ, ਫਲ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਏ। ਉਹਨਾਂ ਦੇ ਮਾਇਆ ਦੇ ਬੰਧਨ ਨੇ ਜਿਹੜੇ ਇਹ ਸਾਰੇ ਟੁੱਟ ਗਏ ਨੇ। ਇਹਨੂੰ ਨਾ ਥੋੜਾ ਜਿਹਾ ਸਮਝਣਾ ਪਏਗਾ ਵੀ ਮਾਇਆ ਦੇ ਬੰਧਨ ਕਿਵੇਂ ਟੁੱਟਦੇ ਨੇ। ਇਸ ਦੀਆਂ ਚਾਰ ਜੁਗਤੀਆਂ ਵਿਦਵਾਨ ਦੱਸਦੇ ਹਨ। ਉਸ ਪ੍ਰਭੂ ਪਰਮਾਤਮਾ ਨੇ ਰਚਨਾ ਕੀਤੀ ਮਾਇਆ ਦੀ, ਮਾਇਆ ਤੋਂ ਸਾਰਾ ਸੰਸਾਰ ਬਣਿਆ, ਤੇ ਇਸ ਮਾਇਆ ਨੇ ਸਾਨੂੰ ਆਪਣੇ ਬੰਧਨਾਂ ਦੇ ਵਿੱਚ ਬੰਨ੍ਹ ਲਿਆ, ਜਕੜ ਲਿਆ। ਅਸੀਂ ਇਹਦੇ ਅਧੀਨ ਹੋ ਗਏ। ਹੁਣ ਇਹਦੇ ਤੋਂ ਬਚਣਾ, ਅਸੀਂ ਛੁੱਟਣਾ, ਉਹ ਕਿਵੇਂ ਹੈ? ਪਹਿਲਾ ਸਾਧਨ ਹੈ ਵਿਰਾਗ। ਮਨੁੱਖ ਦੇ ਅੰਦਰ ਜਦੋਂ ਤੱਕ ਵਿਰਾਗ ਨਹੀਂ ਆਉਂਦਾ, ਉਦੋਂ ਤੱਕ ਮਾਇਆ ਦਾ ਜਿਹੜਾ ਬੰਧਨ ਹੈ ਇਹ ਨਹੀਂ ਟੁੱਟਦਾ।
ਬਿਨ ਬਰਾਗ ਨਾ ਛੂਟ ਸਮਾਇਆ। ਗੁਰਬਾਣੀ ਕਹਿੰਦੀ ਹੈ ਜਦੋਂ ਤੱਕ ਤੇਰੇ ਅੰਦਰ ਬਰਾਗ ਨਹੀਂ, ਉਦੋਂ ਤੱਕ ਇਹ ਮਾਇਆ ਦਾ ਜਿਹੜਾ ਬੰਧਨ ਹੈ ਨਾ, ਇਹਦੇ ਤੋਂ ਤੂੰ ਨਹੀਂ ਛੁੱਟ ਸਕੇਗਾ, ਇਹਦੇ ਤੋਂ ਤੂੰ ਨਹੀਂ ਬਚ ਸਕੇਗਾ। ਇਹ ਹੁਣ ਬਰਾਗ ਕੀ ਹੈ? ਮਨੁੱਖ ਦੁਆਰਾ ਕੀਤੇ ਗਏ ਮਾੜੇ ਕਰਮ ਦਾ ਜਿਹੜਾ ਅੰਦਰ ਪਛਤਾਵਾ ਹੋਣਾ ਹੈ, ਜਿਹੜਾ ਦੁੱਖ ਹੋਣਾ ਹੈ, ਇਹਨੂੰ ਵਿਰਾਗ ਆਖਿਆ ਜਾਂਦਾ ਹੈ। ਜਿਵੇਂ ਬੰਦਾ ਸਿੰਘ ਬਹਾਦਰ ਦੇ ਅੰਦਰ ਵਿਰਾਗ ਜਦੋਂ ਆਇਆ ਸੀ, ਉਸ ਤੋਂ ਪਹਿਲਾਂ ਇਹਨਾਂ ਨੇ ਇੱਕ ਮਿਰਗ ਦਾ ਸ਼ਿਕਾਰ ਕੀਤਾ ਸੀ। ਜਦੋਂ ਮਿਰਗ ਦਾ ਸ਼ਿਕਾਰ ਕੀਤਾ ਤੇ ਇਸ ਮਿਰਗਣੀ ਦੇ ਅੰਦਰ ਨਾ 2 ਬੱਚੇ ਸਨ ਤੇ ਇਹਨਾਂ ਦੇ ਸਾਹਮਣੇ ਤੜਫ ਤੜਫ ਕੇ ਉਹ ਮਰੇ ਤੇ ਇਹਨਾਂ ਨੂੰ ਆਪਣੇ ਕੀਤੇ ਹੋਏ ਇਸ ਗੁਨਾਹ ਤੇ ਬੜਾ ਪਛਤਾਵਾ ਹੋਇਆ ਤੇ ਇਹਨਾਂ ਨੇ ਆਪਣਾ ਸਾਰਾ ਜੋ ਸ਼ਸਤਰ ਬਸਤਰ ਸੀ ਉੱਥੇ ਹੀ ਛੱਡ ਦਿੱਤਾ ਤੇ ਇੱਕ ਸਾਧੂ ਦਾ ਲਿਬਾਸ ਧਾਰਨ ਕਰ ਲਿਆ। ਇਸ ਤਰ੍ਹਾਂ ਗੁਰਬਾਣੀ ਸਾਨੂੰ ਦੱਸਦੀ ਹੈ ਵੀ ਮਨੁੱਖ ਜੀਵਨ ਦੇ ਵਿੱਚ ਜਦੋਂ ਕੁਝ ਕਰਦਾ ਹੈ, ਕੀਤੇ ਹੋਏ ਗੁਨਾਹ ਦੇ ਉੱਤੇ ਜਦੋਂ ਉਹਨੂੰ ਪਛਤਾਵਾ ਹੁੰਦਾ ਹੈ ਤੇ ਉਹ ਪਛਤਾਵਾ ਜਿਹੜਾ ਉਹ ਫਿਰ ਵਿਰਾਗ ਦਾ ਰੂਪ ਬਣ ਜਾਂਦਾ ਹੈ। ਵਿਰਾਗ ਦਾ ਅਰਥ ਹੁੰਦਾ ਹੈ ਛੱਡ ਦੇਣਾ। ਉਹ ਫਿਰ ਇਹ ਪਛਤਾਵੇ ਦੇ ਨਾਲ, ਇਸ ਦੁੱਖ ਦੇ ਨਾਲ ਇਹਨਾਂ ਕਿੱਤਿਆਂ ਨੂੰ ਛੱਡ ਦਿੰਦਾ। ਜਿਵੇਂ ਬੰਦਾ ਸਿੰਘ ਬਹਾਦਰ ਨੇ ਸ਼ਿਕਾਰ ਕਰਨਾ ਛੱਡ ਦਿੱਤਾ ਸੀ। ਜਦੋਂ ਤੱਕ ਦੁੱਖ ਨਾ ਹੋਵੇ, ਅੰਦਰ ਨਾ ਹੋਵੇ, ਉਦੋਂ ਤੱਕ ਵਿਰਾਗ ਨਹੀਂ ਹੁੰਦਾ। ਤੇ ਵਿਰਾਗ ਹੈ ਨਾ ਜਿਹੜਾ, ਇਹ ਜੇ ਪੱਕ ਜਾਵੇ ਤੇ ਫਿਰ ਤਾਂ ਕਿਰਪਾ ਹੋ ਜਾਂਦੀ। ਕਈ ਵਾਰੀ ਅੱਜ ਸਾਡੇ ਤੋਂ ਮਾੜਾ ਕੰਮ ਹੋ ਗਿਆ, ਝੂਠ ਬੋਲਿਆ ਗਿਆ, ਕੋਈ ਹੋਰ ਗੁਨਾਹ ਕੀਤਾ ਗਿਆ ਹੈ ਤੇ ਸਾਡੇ ਅੰਦਰ ਪਛਤਾਵਾ ਅੱਜ ਤਾਂ ਹੈਗਾ ਹੈ, ਅੱਜ ਤਾਂ ਅਸੀਂ ਵਿਰਾਗੀ ਹਾਂ ਤੇ ਅਗਲਾ ਦਿਨ ਹੈ ਨਾ ਜਿਹੜਾ, ਉਦੋਂ ਫਿਰ ਚੱਲ ਕੋਈ ਗੱਲ ਨਹੀਂ, ਫਿਰ ਹੋ ਗਿਆ ਤਾਂ ਹੋ ਗਿਆ, ਇਹ ਵਿਰਾਗ ਖਤਮ ਹੋ ਗਿਆ। ਮੈਂ ਇੱਕ ਵਾਰੀ ਫਿਰ ਦੱਸਾਂ ਥੋੜਾ ਜਿਹਾ। ਮਨੁੱਖ ਜਦੋਂ ਕੋਈ ਗਲਤ ਕੰਮ ਕਰਦਾ ਹੈ, ਉਸ ਕੀਤੇ ਹੋਏ ਗਲਤ ਕੰਮ ਤੇ ਜਦੋਂ ਮਨੁੱਖ ਨੂੰ ਪਛਤਾਵਾ ਹੁੰਦਾ, ਦੁੱਖ ਹੁੰਦਾ ਤੇ ਉਹਦੇ ਅੰਦਰ ਵਿਰਾਗ ਦੀ ਸਥਿਤੀ ਬਣਦੀ ਹੈ। ਇਹ ਜਿਹੜੀ ਵਿਰਾਗ ਦੀ ਸਥਿਤੀ ਹੈ, ਇਹ ਜੇ ਟਿਕਾਊ ਦੇ ਵਿੱਚ ਹੋ ਗਈ ਹੈ ਤੇ ਇਹ ਯੋਗ ਸਾਧਨਾ ਤੱਕ ਚਲਾ ਜਾਏਗਾ, ਨਹੀਂ ਤਾਂ ਫਿਰ ਇਹ ਹੋ ਗਿਆ ਤਾਂ ਹੋ ਗਿਆ, ਚਲ ਕੋਈ ਨਹੀਂ, ਫਿਰ ਵਿਰਾਗ ਖਤਮ ਹੋ ਗਿਆ। ਹੁਣ ਦੂਜਾ ਦਰਜਾ ਜਿਹੜਾ ਇਹਨੂੰ ਯੋਗ ਆਖਿਆ ਹੈ, ਜਦੋਂ ਮਨੁੱਖ ਦੇ ਅੰਦਰ ਵਿਰਾਗ ਆਉਂਦਾ ਤੇ ਉਹ ਵਿਰਾਗ ਦੇ ਕਾਰਨ ਸੰਸਾਰ ਨੂੰ ਛੱਡ ਦਿੰਦਾ ਤੇ ਫਿਰ ਉਹ ਸੱਚ ਦੀ ਖੋਜ ਕਰਦਾ ਹੈ। ਸੋ ਭਾਵ ਕਹਿਣ ਤੋਂ ਵੀ ਸੱਚ ਦੇ ਨਾਲ ਜੁੜਦਾ ਹੈ ਵੀ ਮੈਂ ਸੱਚ ਦੇ ਨਾਲ ਜੁੜਾਂ, ਜਿਹੜਾ ਮੇਰੇ ਕੀਤੇ ਹੋਏ ਗੁਨਾਹ ਨੇ ਜਿਹੜੇ ਉਹ ਬਖਸ਼ੇ ਜਾਣ। ਤੇ ਸੱਚ ਦੇ ਨਾਲ ਜੁੜਨ ਵਾਲੇ ਨੂੰ ਗੁਰਬਾਣੀ ਦੇ ਅੰਦਰ ਸੱਚੇ ਸਤਿਗੁਰੂ ਨੇ ਇਸ ਤਰ੍ਹਾਂ ਆਖਿਆ, ਅੰਜਨ ਮਹਿ ਨਿਰੰਜਨ ਰਹੀਏ, ਜੋਗ ਜੁਗਤ ਇਵ ਪਾਈਏ। ਇਹ ਕਾਲਖ ਹੈ ਸੰਸਾਰ। ਅੰਜਨ ਦਾ ਅਰਥ ਹੁੰਦਾ ਕਾਲਖ। ਇਹ ਸਾਰਾ ਸੰਸਾਰ ਹੈ ਜਿਹੜਾ ਕਾਜਲ ਕੀ ਕੋਠੜੀ, ਭਗਤ ਕਬੀਰ ਜੀ ਨੇ ਆਖਿਆ ਕਿਸ ਤਰ੍ਹਾਂ ਦੀ ਕੋਠੜੀ ਹੈ ਜਿਹੜੀ ਕਾਜਲ ਦੀ ਹੈ। ਹੁਣ ਵੇਖੋ, ਧਰਤੀ ਵੀ ਕਾਲੀ, ਕੰਧਾਂ ਵੀ ਕਾਲੀਆਂ, ਛੱਤ ਵੀ ਕਾਲੀ ਤੇ ਇਹਦੇ ਅੰਦਰ ਅਸੀਂ ਪ੍ਰਵੇਸ਼ ਕਰਨਾ ਹੈ। ਬਾਕੀ ਸਰੀਰ ਨੂੰ ਬਚਾ ਲਾਂਗੇ ਤੇ ਪੈਰਾਂ ਨੂੰ ਕਿਵੇਂ ਬਚਾਵਾਂਗੇ? ਪੈਰਾਂ ਨੂੰ ਤਾਂ ਥੱਲਿਓਂ ਕਾਲਖ ਲੱਗਣੀ ਹੈ। ਸੋ ਗੁਰਬਾਣੀ ਸਾਨੂੰ ਦੱਸਦੀ, ਅੰਜਨ ਮਹੇ ਨਿਰੰਜਨ, ਰਹਿਣਾ ਇਸ ਕਾਲਖ ਦੀ ਕੋਠੜੀ ਦੇ ਵਿੱਚ ਤੇ ਰਹਿਣਾ ਕਿਵੇਂ? ਨਿਰਅੰਜਨ, ਇਸ ਕਾਲਖ ਤੋਂ ਬਚਾ ਕਰਕੇ ਰਹਿਣਾ ਹੈ। ਇਹ ਦੂਜੇ ਦਰਜੇ ਤੇ ਗਿਆ ਚਲਾ। ਇਸ ਨੇ ਜੋਗ ਇਹਨਾਂ ਜਿਹੜਾ ਉਸ ਪ੍ਰਭੂ ਪਰਮਾਤਮਾ ਦੇ ਨਾਲ ਆਪ ਦਾ ਬਣਾ ਲਿਆ, ਸੱਚ ਦੇ ਨਾਲ ਜੁੜ ਗਿਆ। ਹੁਣ ਜਿੰਦੇ ਨਾਲ ਆਪਾਂ ਜੁੜੇ ਆ ਉਹਦਾ ਫਿਰ ਗਿਆਨ ਹੋਣਾ ਅਤ ਦਾ ਜ਼ਰੂਰੀ ਹੈ। ਇਹ ਤੀਜਾ ਗਿਆਨ ਰਾਓ ਜਬ ਸੇਜੇ ਆਵੇ। ਜੇ ਸੱਚ ਦੇ ਨਾਲ ਜੁੜਿਆ ਫਿਰ ਉਸ ਦੇ ਗਿਆਨ ਦੀ ਪ੍ਰਾਪਤੀ ਦੇ ਵਾਲੇ ਪਾਸੇ ਇਹ ਜਦੋਂ ਤੁਰ ਪੈਂਦਾ ਹੈ ਤੇ ਉਸ ਪ੍ਰਭੂ ਪਰਮਾਤਮਾ ਦਾ ਗਿਆਨ ਜਦੋਂ ਮਨੁੱਖ ਦੇ ਅੰਦਰ ਆ ਜਾਵੇ ਤੇ ਫਿਰ ਉਹਦੇ ਤੇ ਕਿਰਪਾ ਹੋ ਜਾਂਦੀ। ਉਸ ਤੋਂ ਅੱਗੇ ਫਿਰ ਬਣਦਾ ਉਹ ਭਗਤ। ਭਾਵ ਬਿਨ ਭਗਤ ਨਾ ਹੋਏ, ਉਹਦੇ ਅੰਦਰ ਭਾਵਨਾ ਆ ਗਈ ਹੈ ਵੀ ਜਿਹੜੇ ਸੱਚ ਦਾ ਮੈਨੂੰ ਗਿਆਨ ਹੈ ਨਾ, ਮੈਂ ਇਹਨੂੰ ਪ੍ਰਾਪਤ ਕਰਨਾ, ਇਹ ਭਾਵਨਾ ਬਣ ਗਈ, ਇਹ ਭਗਤ ਹੋ ਗਿਆ ਹੈ। ਇਸ ਤਰ੍ਹਾਂ ਇਹ ਮਾਇਆ ਦਾ ਜਿਹੜਾ ਬੰਧਨ ਹੈ ਟੁੱਟਦਾ ਹੈ। ਜਿਹੜਾ ਇਹ 4 ਪੌੜੀਆਂ ਤੇ ਚੜ੍ਹ ਗਿਆ ਉਹ ਭਗਤ ਹੋ ਗਿਆ। ਤੇ ਜਿੰਦੇ ਅੰਦਰ ਕਿਸੇ ਦੁੱਖ ਕਾਰਨ, ਕੋਈ ਗੁਨਾਹ ਕਾਰਨ ਪਛਤਾਵਾ ਆਇਆ ਤੇ 2 ਘੰਟਿਆਂ ਬਾਅਦ ਫਿਰ ਕਿਸੇ ਹੋਰ ਨੇ ਕਹਿਤਾ ਐਵੇਂ ਪਛਤਾਈ ਜਾਂਦਾ, ਦੁਨੀਆ ਹੀ ਕਰੀ ਜਾਂਦੀ, ਜੇ ਤੂੰ ਕਰ ਲਿਆ ਤੇ ਫਿਰ ਕੀ ਹੋ ਗਿਆ? ਤੇ ਫਿਰ ਉਹ ਉੱਥੇ ਹੀ ਖਤਮ ਹੋ ਗਿਆ, ਅਗਲੀ ਪੌੜੀ ਤੇ ਉਹਨੇ ਪੈਰ ਨਹੀਂ ਰੱਖਿਆ। ਕਈ ਵਾਰੀ ਕਈ ਯੋਗ ਤੱਕ ਚਲੇ ਜਾਂਦੇ ਨੇ ਤੇ ਉੱਥੇ ਸੱਚ ਦੇ ਨਾਲ ਜੁੜਨ ਦੀ ਬਜਾਏ ਝੂਠ ਨਾਲ ਜੁੜ ਜਾਂਦੇ ਨੇ ਤੇ ਫਿਰ ਵੀ ਪੁੱਠੇ ਡਿੱਗ ਪੈਂਦੇ ਨੇ। ਰੋਹ ਵਿਚਾਰ ਸਮਾਂ ਹੋ ਗਿਆ। ਸੋ ਧੰਨ ਗੁਰੂ ਮਹਾਰਾਜ ਜੀ ਸਾਨੂੰ ਇੱਥੇ ਦੱਸਦੇ ਨੇ, ਸਭ ਮਾਇਆ ਫੰਦੇ। ਇਹ ਮਾਇਆ ਦੇ ਜਿਹੜੇ ਸਾਰੇ ਫੰਦਨ ਨੇ ਇਹ ਟੁੱਟ ਜਾਂਦੇ ਨੇ। ਜਿਨ ਹਰ ਜਪਿਆ 3 ਫਲ ਪਾਇਆ। ਉਸ ਪ੍ਰਭੂ ਪਰਮਾਤਮਾ ਤੋਂ ਗਿਆਨ ਦੀ ਦਾਤ, ਉਸ ਦੀ ਪ੍ਰਾਪਤੀ, ਭਗਤੀ ਰੂਪੀ ਫਲ ਉਸ ਗੁਰਮੁਖ ਪਿਆਰੇ ਨੇ ਪਾ ਲਿਆ ਏ। ਜਿਨਨੇ ਇਹ 4 ਪੌੜੀਆਂ ਨੂੰ ਤੈਅ ਕਰ ਲਿਆ, ਉਹਨੇ ਮਾਇਆ ਦੇ ਬੰਧਨ ਤੋੜ ਲਏ ਹਨ ਜੀ।
ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਬਿੰਦੇ। ਆਖਰੀ ਪੌੜੀ ਦੇ ਅੰਦਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਆਪੇ ਠਾਕੁਰ, ਆਪ ਹੀ ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਆਸਰਾ ਦੇਣ ਵਾਲਾ, ਆਪੇ ਸੇਵਕ ਤੇ ਆਪ ਹੀ ਉਹ ਸੇਵਕ ਰੂਪ ਹੈ, ਦੋਵੇਂ ਰੂਪ ਉਸ ਦੇ ਨੇ। ਆਪੇ ਠਾਕੁਰ, ਠਾਕੁਰ ਦਾ ਅਰਥ ਹੁੰਦਾ ਹੈ ਸਾਡੇ ਹਿਰਦੇ ਨੂੰ ਆਸਰਾ ਦੇਣ ਵਾਲਾ, ਠਾਕ ਦਾ ਅਰਥ ਹੁੰਦਾ ਹੈ ਆਸਰਾ ਤੇ ਉਰ ਦਾ ਅਰਥ ਹੁੰਦਾ ਹਿਰਦਾ। ਆਪੇ ਠਾਕੁਰ ਉਹ ਸਾਡੇ ਦਿਲ ਨੂੰ ਆਸਰਾ ਦੇਣ ਵਾਲਾ, ਜੇ ਉਹਨੇ ਆਸਰਾ ਦਿੱਤਾ ਤੇ ਫਿਰ ਵਿਰਾਗ ਦੇ ਵਿੱਚ ਪੱਕੇ ਰਵਾਂਗੇ, ਜੇ ਉਹਦਾ ਆਸਰਾ ਨਹੀਂ ਮਿਲਿਆ ਤੇ ਫਿਰ ਵਿਰਾਗ ਵੀ ਸਾਡਾ ਕੱਚਾ ਤੇ ਟੁੱਟ ਜਾਏਗਾ, ਰਹਿ ਜਾਵਾਂਗੇ। ਆਪੇ ਸੇਵਕ, ਤੇ ਜਿੰਦੇ ਅੰਦਰ ਵਿਰਾਗ ਪੈਦਾ ਕਰਦਾ ਭਗਤੀ ਕਰਵਾਉਣ ਦੇ ਲਈ, ਉਹ ਸੇਵਕ ਰੂਪ ਵੀ ਆਪੇ, ਇਹਨਾਂ ਦੇ ਵਿੱਚ ਫਰਕ ਕੋਈ ਨਹੀਂ, ਸਭ ਆਪੇ ਆਪ ਗੋਵਿੰਦੇ। ਉਹ ਪ੍ਰਭੂ ਪਰਮਾਤਮਾ ਆਪ ਹੀ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ ਜੀ। ਜਨ ਨਾਨਕ ਆਪੇ ਆਪ ਸਭ ਵਰਤੈ ਜੋ ਰਾਖੈ ਤਿਵੈ ਰਹੰਦੇ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਦਾਸਾ ਭਾਵ ਦੇ ਅੰਦਰ, ਆਪੇ ਆਪ ਉਹ ਪਰਮਾਤਮਾ ਆਪ ਹੀ ਸਭ ਵਰਤੇ, ਸਾਰਿਆਂ ਦੇ ਵਿੱਚ ਵਰਤ ਰਿਹਾ। ਵਰਤਨ ਤੋਂ ਅਰਥ ਹੁੰਦਾ ਵਰਤੀਰਾ। ਸਾਡੇ ਅੰਦਰ ਉਸ ਪ੍ਰਭੂ ਪਰਮਾਤਮਾ ਨੇ ਆਪ ਵਸ ਕੇ ਸਾਡੇ ਸਾਰਿਆਂ ਤੋਂ ਵਰਤਾਵਾ ਕਰਾ ਲਿਆ ਹੈ, ਸੁਭਾਅ ਰੂਪ ਬਣਾ ਕੇ ਕਿਸੇ ਨੂੰ ਕਿਸੇ ਤਰ੍ਹਾਂ ਵਰਤਾਵਾ ਦੇ ਰੱਖਿਆ, ਕਿਸੇ ਨੂੰ ਕਿਸੇ ਤਰ੍ਹਾਂ, ਕੋਈ ਕਿਵੇਂ ਵਰਤ ਰਿਹਾ ਜੀਵਨ ਦੇ ਵਿੱਚ, ਕੋਈ ਕਿਵੇਂ ਵਰਤ ਰਿਹਾ, ਜੋ ਰਾਖੇ ਤਿਵੇਂ ਰਹੰਦੇ। ਤੇ ਅਸੀਂ ਇਸ ਵਰਤਾਰੇ ਤੋਂ ਬਾਹਰ ਨਹੀਂ ਨਿਕਲ ਸਕਦੇ, ਜਿਵੇਂ ਉਹ ਪ੍ਰਭੂ ਪਰਮਾਤਮਾ ਨੇ ਸਾਨੂੰ ਰੱਖਿਆ ਉਵੇਂ ਹੀ ਅਸੀਂ ਰਹਿਣਾ ਹੈ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰਨ, ਸਾਨੂੰ ਆਪਣੇ ਕੀਤੇ ਹੋਏ ਗੁਨਾਹਾਂ ਦੇ ਉੱਤੇ ਪਛਤਾਵਾ ਹੋਵੇ ਤੇ ਅਸੀਂ ਵਿਰਾਗੀ ਬਣੀਏ। ਵਿਰਾਗਵਾਨ ਹੋ ਕੇ ਫਿਰ ਅਸੀਂ ਸੱਚ ਦੀ ਖੋਜ ਕਰੀਏ, ਸੱਚ ਦੇ ਨਾਲ ਜੁੜੀਏ। ਸੱਚ ਦੀ ਖੋਜ ਕਰਦਿਆਂ ਸੱਚ ਦੇ ਗਿਆਨ ਦੀ ਸਾਨੂੰ ਪ੍ਰਾਪਤੀ ਹੋ ਜਾਵੇ, ਤੇ ਫਿਰ ਉਸ ਪ੍ਰਾਪਤੀ ਵਾਲਾ ਗਿਆਨ ਹੈ ਜਿਹੜਾ, ਉਹਦਾ ਰੂਪ ਹੋਣ ਦੇ ਲਈ ਸਾਡੇ ਅੰਦਰ ਭਾਵਨਾ ਬਣ ਜੇ। ਤੇ ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਜਪਣ ਦੇ ਨਾਲ ਅਸੀਂ ਵੀ ਭਗਤੀ ਪਦਵੀ ਨੂੰ ਪ੍ਰਾਪਤ ਕਰਕੇ ਇਹ ਜੀਵਨ ਸਫਲ ਕਰ ਲਈਏ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ। ਆਪੇ ਠਾ